ਜੀ ਸਲਾਮ ਅਲੈਕੁਮ ਖਵਾਤੀਨ ਹਜ਼ਰਾਤ, ਮੈਂ ਹਾਂ ਤੁਹਾਡਾ ਆਪਣਾ ਮੀਆਂ ਉਮੈਰ ਅਰਸ਼ਦ। ਤੁਸੀਂ ਦੇਖ ਰਹੇ ਹੋ ਈਰਾਨ ਨਿਊਜ਼। ਅੱਜ ਸਾਡੇ ਪੋਡਕਾਸਟ ਵਿੱਚ ਜਿਹੜੇ ਮਹਿਮਾਨ ਮੌਜੂਦ ਨੇ, ਇਹ ਦੋ ਬਾਈ ਨੇ। ਇਹ ਜ਼ੀਰੋ ਤੋਂ ਹੀਰੋ ਬਣੇ ਨੇ। ਇਹ ਅਲ ਮਰੂਫ ਅਲ ਅੰਸਾਰੀ ਬੈਂਡ ਵਾਲੇ ਨੇ। ਅੱਜ ਇਹਨਾਂ ਕੋਲ ਜਾਣਦੇ ਨੇ ਇਹ ਜ਼ੀਰੋ ਤੋਂ ਹੀਰੋ ਕਿੱਦਾਂ ਬਣੇ ਨੇ, ਇਹਨਾਂ ਨੂੰ ਕੀ ਮੁਸ਼ਕਲਾਤ ਪੇਸ਼ ਆਈਆਂ। ਜੀ ਅਸਲਾਮ ਅਲੈਕੁਮ ਜਨਾਬ। ਜੀ ਵਾਲੇਕੁਮ ਸਲਾਮ। ਫਸਟ ਆਫ ਆਲ ਜਨਾਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਸਭ ਤੋਂ ਪਹਿਲੇ ਸਾਡੀ ਆਡੀਅנס ਨੂੰ ਇਹ ਦੱਸੋ ਵੀ ਤੁਸੀਂ ਇਹ ਅੰਸਾਰੀ ਬੈਂਡ ਨਾਮ ਕਿਉਂ ਚੂਜ਼ ਕੀਤਾ? ਜੀ ਅੰਸਾਰੀ ਬੈਂਡ ਨਾਮ ਜੀ ਇਹਦੇ ਪਿੱਛੇ ਬੜੀਆਂ ਵਜੂਹਾਤਾਂ, ਬੜੀਆਂ ਕਹਾਣੀਆਂ ਨੇ। ਜਦੋਂ ਅਸੀਂ ਦੋਨਾਂ ਭਰਾਵਾਂ ਨੇ ਸਟਾਰਟ ਲਿਆ ਨਾ, ਤੇ ਹਰ ਪਾਸੇ ਕਿਉਂਕਿ ਵਾਲ ਸਾਹਿਬ ਆਲਰੇਡੀ ਇਹੀ ਕੰਮ ਕਰਦੇ ਸੀ ਤੇ ਬੈਂਡ ਸ਼ੈਂਡ ਵਜਾਉਂਦੇ ਸੀ। ਅਸੀਂ ਜਦੋਂ ਸਟਾਰਟ ਲਿਆ, ਅਸੀਂ ਕਿਹਾ ਯਾਰ ਇੱਕ ਯੂਨੀਕ ਕੰਮ ਕਰਨਾ, ਕਿਉਂਕਿ ਤੁਹਾਨੂੰ ਪਤਾ ਕਿ ਤੁਹਾਡੇ ਤੋਂ ਇਹ ਗੱਲ ਦੂਰ ਨਹੀਂ ਹੈਗੇ, ਜਿੰਨੇ ਮੇਰੇ ਆਡੀਅנס ਭਰਾ ਵੀ ਬੈਠੇ ਸੁਣ ਰਹੇ ਨੇ, ਦੇਖ ਰਹੇ ਨੇ, ਕਿ ਅੱਜ ਤੋਂ ਪਹਿਲੇ ਲਫ਼ਜ਼ ਇੱਕ ਚੱਲਦਾ ਸੀ ਚੋਲਾਂ ਦੇ ਵੈਰੀ। ਤੁਸੀਂ ਵੀ ਸੁਣਿਆ ਹੋਣਾ, ਅੱਜ ਤੋਂ 5 ਸਾਲ ਪਹਿਲੇ ਚੋਲਾਂ ਦੇ ਵੈਰੀ। ਕਿਤੋਂ ਬੈਂਡ ਲੰਘਣਾ, ਬੜਾ ਫੋਰਸ ਕਰੀਦਾ ਸੀ ਇਹ ਚੀਜ਼ਾਂ ਨੂੰ ਦੇਖਣਾ, ਤੇ ਲੋਕਾਂ ਨੇ ਕਹਿਣਾ। ਉਹ ਫਿਰ ਨਾ ਛੋਟੇ ਭਾਈ ਨੇ ਤੇ ਮੈਂ ਜਦੋਂ ਬਾਈ ਜਾਨ ਇੱਕ ਕੰਮ ਕਰਨਾ ਹੀ ਆ, ਉਹਨੂੰ ਫਿਰ ਇਸ ਤਰ੍ਹਾਂ ਕਰੋ ਕਿ ਜੱਗ ਦੇਖੇ। ਠੀਕ ਆ, ਉਹ ਸਿਆਣੇ ਦੀ ਕਹਾਵਤ ਨਾ ਇੱਕ ਪੰਜਾਬੀ 'ਚ, ਜਦੋਂ ਨੱਚਣਾ ਹੀ ਆ ਫਿਰ ਘੁੰਡ ਗਾ। ਅੱਛਾ, ਇਹ ਸਭ ਤੋਂ ਪਹਿਲੇ ਤੁਹਾਡੇ ਵਾਲ ਸਾਹਿਬ ਕਰਦੇ ਸੀ? ਹਾਂਜੀ, ਵਾਲ ਸਾਹਿਬ ਨੇ ਕੀਤਾ 22 ਤੋਂ 25 ਸਾਲ ਇਹ ਕੰਮ। ਅੱਛਾ, ਫਿਰ ਜਦੋਂ ਅਸੀਂ ਇਹਦੇ ਵਿੱਚ ਆਏ ਆ, ਅਸੀਂ ਫਿਰ ਆ ਕੇ ਸਭ ਤੋਂ ਪਹਿਲੇ ਨਾਮ ਚੇਂਜ ਇਸ ਲਈ ਕੀਤਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਅੰਸਾਰੀ ਆ। ਅੰਸਾਰੀ ਬੈਂਡ ਇਸ ਲਈ ਬਣਾਇਆ ਸੀ ਕਿ ਸਾਡੀ ਜਿੰਨੀ ਬਰਾਦਰੀ ਬੈਠੀ ਆ, ਇਨਸ਼ਾਅੱਲਾ ਕੋਈ ਸਪੋਰਟ ਕਰਨਗੇ। ਲੇਕਿਨ ਅਲਹਮਦੁਲਿਲਾ ਬੜੇ ਭਰਾਵਾਂ ਨੇ ਪਿਆਰ ਦਿੱਤਾ, ਬੜੇ ਬਾਹਰੋਂ ਇੱਧਰੋਂ ਓਵਰਸੀਜ਼ ਪਾਕਿਸਤਾਨੀ ਨੇ ਬੜਾ ਤਾਵਨ ਕੀਤਾ ਮਾਸ਼ਾਅੱਲਾ। ਅੱਲਾਹ ਪਾਕ ਨੇ ਮਾਸ਼ਾਅੱਲਾ ਫਿਰ ਜੀ ਉਹ ਸਿਸਟਮ ਇੱਕ ਬੜਾ ਅੱਛਾ ਚਲਾ ਦਿੱਤਾ। ਅੱਜ ਤੁਹਾਡੇ ਸਾਹਮਣੇ ਬੈਠੇ ਆ, ਤੇ ਮਾਸ਼ਾਅੱਲਾ ਪੂਰੇ ਪਾਕਿਸਤਾਨ ਨੂੰ ਅਲਹਮਦੁਲਿਲਾ ਆਪਣਾ ਪਤਾ ਵਾ ਕਿ ਅੰਸਾਰੀ ਬੈਂਡ ਵਾਕਈ ਇੱਕ ਪਾਕਿਸਤਾਨ ਦੀ ਪਹਿਚਾਣ ਆ। ਅੱਛਾ, ਮੈਨੂੰ ਇਹ ਗੱਲ ਦੱਸੋ, ਜਦੋਂ ਤੁਹਾਡੇ ਵਾਲਦ ਸਾਹਿਬ ਇਹ ਕੰਮ ਕਰਦੇ ਸੀ, ਉਹਦਾ ਵੀ ਨਾਂ ਅੰਸਾਰੀ ਬੈਂਡ ਹੀ ਸੀ? ਨਹੀਂ ਸਰ। ਅੱਛਾ, ਪਹਿਲੇ ਕੀ ਨਾਮ ਸੀ? ਸਾਡਾ ਉਦੋਂ ਬੈਂਡ ਸੀ ਜੀ ਨਿਊ ਲੱਕੀ। ਅੱਛਾ, ਨਿਊ ਲੱਕੀ। ਹਾਂਜੀ, ਕਿਉਂਕਿ ਅਸੀਂ ਨਿਊ ਕੰਮ ਵਿੱਚ ਆ ਕੇ ਨਿਊ ਚੀਜ਼ ਚਾਹ ਰਹੇ ਸੀ, ਚੇਂਜ ਲੱਭ ਰਹੇ ਸੀ। ਅੱਛਾ, ਉਹ ਚੇਂਜ ਕਿਸ ਤਰ੍ਹਾਂ ਨਾਲ ਸੀ? ਅਸੀਂ ਸਭ ਤੋਂ ਪਹਿਲੇ ਆਪਣਾ ਨਾਮ ਚੇਂਜ ਕੀਤਾ, ਫਿਰ ਉਸ ਤੋਂ ਬਾਅਦ ਆਪਣੇ ਯੂਨੀਫਾਰਮ, ਆਪਣਾ ਸਟਾਈਲ, ਬੈਂਡ ਦਾ ਸਟਾਈਲ। ਹੁਣ ਤੁਸੀਂ ਦੇਖਿਆ ਹੋਣਾ, ਪੁਰਾਣੇ ਵਕਤ 'ਚ ਚੱਲ ਜਾਓ, ਤੁਹਾਡੇ ਕਿਸੇ ਚਾਚੇ ਦੇ ਕੋਈ ਰਿਸ਼ਤੇਦਾਰ ਦੀ ਸ਼ਾਦੀ ਹੋਏਗੀ, ਬੈਂਡ ਆਉਂਦੇ ਸੀ, ਉਹ ਨੱਥੀਆਂ ਕੰਨਾਂ 'ਚ ਪਾਈਆਂ ਹੋਣੀਆਂ। ਬਿਲਕੁਲ ਜੀ, ਬਿਲਕੁਲ। ਹਾਂਜੀ, ਪੋਨੀ ਕੀਤੀ ਹੋਣੀ ਹੈ, ਉਹ ਪੈਂਟਾਂ ਤੋਂ ਕੱਪੜਿਆਂ ਤੋਂ ਕੱਪੜੇ ਪਾਏ ਹੋਣੇ, ਥੱਲੇ ਧਾਗੇ ਬੰਨੇ ਹੋਣੇ, ਰੱਸੀਆਂ ਬੰਨੀਆਂ ਹੋਣੀਆਂ, ਪਲਾਸਟਿਕ ਦੇ ਬੋਰਡ ਪਾਏ ਹੋਣੇ। ਠੀਕ ਹੈ, ਅਲਹਮਦੁਲਿਲਾ ਸੇ ਜੀ ਇਹੀ ਚੀਜ਼ਾਂ ਲੈ ਕੇ ਦੇਖੋ ਨਾ, ਕੰਮ ਜਦੋਂ ਸਾਫ਼ ਸੁਥਰਾ ਕਰਾਂਗੇ, ਅੱਲਾਹ ਪਾਕ ਜੀ ਅੱਛੀ ਰੋਜ਼ੀ ਦਿੰਦਾ ਵਾ। ਅੱਛਾ, ਮੈਂ ਤੁਹਾਡੀ ਅਕਸਰ ਵੀਡੀਓ ਦੇਖੀਆਂ, ਤੁਸੀਂ ਵੀ ਹੁੰਦੇ ਹੋ ਨਾਲ, ਤੁਹਾਡੇ ਛੋਟੇ ਭਾਈ ਆਈ ਥਿੰਕ ਹੁੰਦੇ ਨੇ? ਹਾਂਜੀ, ਛੋਟਾ ਭਰਾ ਮੇਰਾ। ਅੱਛਾ, ਬਹੁਤ ਸਾਰੀ ਆਵਾਮ ਨੂੰ ਤੁਹਾਡੇ ਨਾਮ ਦਾ ਨਹੀਂ ਪਤਾ। ਹਰ ਬੰਦੇ ਹੀ ਸਮਝਦੇ ਅੰਸਾਰੀ ਬੈਂਡ। ਹੁਣ ਤੁਹਾਨੂੰ ਮਾਸ਼ਾਅੱਲਾ ਅੰਸਾਰੀ ਬ੍ਰਾਂਡ ਕਹਿਣ ਲੱਗ ਪਏ ਨੇ। ਹਾਂਜੀ, ਤੁਸੀਂ ਵਾਕਈ ਮਾਸ਼ਾਅੱਲਾ ਬ੍ਰਾਂਡ ਹੋ ਆਪਣੇ ਕੰਮ ਦੇ ਲਿਹਾਜ਼ ਨਾਲ। ਇਹ ਮੈਨੂੰ ਦੱਸੋ, ਤੁਹਾਡਾ ਨਾਮ ਕੀ ਹੈ ਤੇ ਤੁਹਾਡੇ ਛੋਟੇ ਭਾਈ ਦਾ ਨਾਮ ਕੀ? ਅੱਜ ਆਡੀਅנס ਨੇ ਵੀ ਪਤਾ ਚੱਲੇ। ਹਾਂਜੀ, ਇਹ ਤੁਸੀਂ ਬੜਾ ਅੱਛਾ ਸਵਾਲ ਕੀਤਾ ਜੀ। ਬੜੇ ਭਰਾ ਕਨਫਿਊਜ਼ ਹੁੰਦੇ ਆ ਸੋਸ਼ਲ ਦੇ ਉੱਪਰ ਨਾ, ਕਿ ਯਾਰ ਭਾਈ ਕਿਹੜੇ ਆ, ਤੁਹਾਡਾ ਨਾਮ ਕੀ ਆ? ਮੇਰਾ ਹੈਗਾ ਛੋਟਾ ਭਾਈ, ਉਹਦਾ ਨਾਮ ਹੈਗਾ ਵਾ ਜੀ ਫੈਸਲ, ਮੇਰਾ ਨਾਮ ਹੈਗਾ ਵਾ ਖੁਰਮ। ਤੇ ਮਾਸ਼ਾਅੱਲਾ ਹਾਲਾਂਕਿ ਮੇਰੇ ਤੋਂ ਉਹ ਤਕਰੀਬਨ ਕੋਈ 4 5 6 ਸਾਲ ਛੋਟਾ ਵਾ। ਅੱਛਾ, ਤੇ ਅੱਲਾਹ ਪਾਕ ਨੇ ਦੇਖੋ ਕੈਸਾ ਸਿਸਟਮ ਬਣਾਤਾ ਕਿ ਅਸੀਂ ਦੋਨੋਂ ਇੱਕੋ ਜਿਹੇ ਲੱਗਦੇ ਆ। ਅੱਛਾ, ਮਾਸ਼ਾਅੱਲਾ। ਤੇ ਤੁਹਾਡਾ ਨਾਮ ਕੀ ਹੈ ਜੀ? ਖੁਰਮ ਸ਼ਹਿਜ਼ਾਦ। ਅੱਛਾ, ਖੁਰਮ ਭਾਈ, ਤੁਹਾਡੀ ਤਾਲੀਮ ਕਿੰਨੀ ਹੈ? ਮੇਰੀ ਮਾਸ਼ਾਅੱਲਾ ਗ੍ਰੈਜੂਏਸ਼ਨ। ਅੱਛਾ, ਮਾਸ਼ਾਅੱਲਾ। ਤੇ ਤੁਹਾਡੇ ਛੋਟੇ ਭਾਈ ਦੀ? ਉਹ ਮਾਸ਼ਾਅੱਲਾ 12ਵੀਂ ਚੋਂ ਭੱਜਿਆ ਹੋਇਆ। ਅੱਛਾ ਅੱਛਾ, ਇਹਦੀ ਕੀ ਵਜ੍ਹਾ ਹੈ? ਵੈਸੇ ਹੀ ਉਹ ਬਸ ਕੰਮ ਸ਼ਾਮ 'ਚ ਪੈ ਗਿਆ, ਉਹ ਕਰਦਾ ਸੀ ਕਚਹਿਰੀ ਦਾ ਕੰਮ। ਅੱਛਾ, ਮੈਂ ਇਹਦੇ ਵਿੱਚ ਵੀ ਲੱਗਾ ਸੀ ਐਜ਼ ਏ ਬੈਂਡ ਇੰਸਟਰਕਟਰ ਐਗਰੀਕਲਚਰ ਯੂਨੀਵਰਸਿਟੀ ਵਿੱਚ, ਬॉयਜ਼ ਕੈਂਪਸ ਵਿੱਚ। ਮੈਂ ਉੱਥੇ ਮਾਸ਼ਾਅੱਲਾ ਬੈਂਡ ਦਾ ਗਰੁੱਪ ਬਣਾਇਆ ਸੀ, ਮੇਰਾ ਉੱਥੇ ਵੀ ਫਸਟ ਆਇਆ ਸੀ। ਬੜੀ ਸਟਰਗਲ ਕੀਤੀ ਹੈ, ਲੇਕਿਨ ਫਿਰ ਇਹੀ ਸੋਚਿਆ ਕਿ ਯਾਰ ਜਿਹੜੀ ਹੁਣ ਮਿਹਨਤ ਕਰਨੀ ਹੈ ਨਾ, ਆਪਣੇ ਕੰਮ ਵਿੱਚ ਕਰਾਂਗੇ। ਅੱਛਾ, ਮੈਂ ਇੱਕ ਚੀਜ਼ ਦੇਖੀ ਹੈ ਅੱਜ ਤੱਕ, ਮੈਂ ਜਿੰਨੇ ਵੀ ਬੈਂਡ ਵਾਲੇ ਦੇਖੇ, ਕੋਈ ਮੈਟ੍ਰਿਕ ਪਾਸ ਹੈ, ਕੋਈ 8ਵੀਂ, ਬਲਕਿ ਕੋਈ 5ਵੀਂ 'ਚ ਨਸੇ ਹੋਏ। ਇਹ ਤੁਸੀਂ ਮਾਸ਼ਾਅੱਲਾ ਗ੍ਰੈਜੂਏਸ਼ਨ ਕਰਕੇ ਵੀ ਇਸ ਫੀਲਡ ਨੂੰ ਕਿਉਂ ਚੂਜ਼ ਕੀਤਾ? ਵਜਨ ਫੀਲਡ ਨੂੰ ਚੂਜ਼ ਇਸ ਲਈ ਕੀਤਾ ਵਾ ਕਿ ਸਭ ਤੋਂ ਪਹਿਲੇ ਜਿਹੜਾ ਤੁਹਾਡਾ ਕੰਮ ਆ ਨਾ ਭਾਈ, ਅਗਰ ਤੁਸੀਂ ਉਹਨਾਂ ਪਿਆਰ ਕਰੋਗੇ ਨਾ, ਤੇ ਤੁਹਾਡੇ ਤਰੱਕੀ ਦੇ ਜ਼ਿਆਦਾ ਚਾਂਸ ਆ। ਅੱਛਾ, ਤੇ ਇਸ ਕੰਮ ਦੇ ਵਿੱਚ ਭਾਈਜਾਨ ਪਹਿਲੇ ਤਾਂ ਸ਼ੌਰ ਨਹੀਂ ਹੈ ਸੀ। ਉਹ ਦੇਖੋ ਜੀ, ਮੈਂ ਕਿਸੇ ਦੀ ਦਿਲ ਆਜ਼ਾਰੀ ਨਹੀਂ ਕਰਾਂਗਾ, ਕਿਸੇ ਆਪਣੇ ਬੈਂਡ ਵਾਲੇ ਭਰਾ ਦੀ। ਸ਼ੌਰ ਨਹੀਂ ਹੈ ਸੀ, ਹਰ ਬੰਦੇ ਨੂੰ ਪਤਾ। ਅਲਹਮਦੁਲਿਲਾ ਸਾਨੂੰ ਸਾਰੇ ਇਸ ਚੀਜ਼ ਨੂੰ ਮੰਨਦੇ ਵੀ ਨੇ। ਸ਼ੌਰ ਅਸੀਂ ਕੰਮ 'ਚ ਅਸੀਂ ਭਰਾ ਲੈ ਕੇ ਆਏ ਆ, ਅੰਸਾਰੀ ਬੈਂਡ ਲੈ ਕੇ ਆਇਆ ਕਿ ਪਾਉਣਾ ਕੀ ਆ, ਸ਼ੂਜ਼ ਕਿੱਦਾਂ ਪਾਉਣੇ ਆ, ਕਿਹੜੇ ਪਾਉਣੇ ਆ, ਯੂਨੀਫਾਰਮ ਕਿੱਦਾਂ ਦੀ ਸਵਾਉਣੀ ਆ, ਕਿੱਦਾਂ ਦੀ ਪਾਉਣੀ ਆ। ਠੀਕ ਹੈ, ਉਹ ਚੀਜ਼ ਸ਼ੌਰ ਅਸੀਂ ਲੈ ਕੇ ਆਏ ਆ। ਤੇ ਕੰਮ ਦੇ ਵਿੱਚ ਆਉਣ ਦਾ, ਅੱਛਾ ਕਰਨ ਦਾ ਮਕਸਦ ਇਹ ਸੀ। ਮੈਂ ਨਹੀਂ ਦੇਖਿਆ ਕਿ ਯਾਰ ਮੈਂ ਗ੍ਰੈਜੂਏਸ਼ਨ ਆ, ਬਾਈਜਨ ਨਹੀਂ ਨੌਕਰੀ ਮਿਲੀ, ਮੈਂ ਕੀ ਕਰਾਂ? ਮੈਂ ਕਿਸੇ ਨਾਲ ਲੜ ਪਵਾਂ ਜਾ ਕੇ? ਨਹੀਂ, ਨਸੀਬਾਂ ਵਿੱਚ ਹੈ ਸੀ। ਆ ਜਾ ਕੇ ਬੰਦੇ ਨੇ ਆਪਣੇ ਨਸੀਬਾਂ ਨੂੰ ਹੀ ਕਹਿਣਾ ਨਾ। ਲੇਕਿਨ ਅਲਹਮਦੁਲਿਲਾ
ਅੱਲਾਹ ਪਾਕ ਨੇ ਸ਼ਾਇਦ ਸਾਡੇ ਮਤਲਬ ਨਸੀਬਾਂ 'ਚ ਨੌਕਰੀ ਨਹੀਂ ਲਿਖੀ ਸੀ, ਸਾਡੇ ਨਸੀਬਾਂ ਵਿੱਚ ਭਰਾਵਾਂ ਦੇ ਵਿੱਚ ਆਹ ਤਰੱਕੀ ਲਿਖੀ ਸੀ। ਅੱਛਾ, ਤੁਸੀਂ ਕਦੇ ਸੋਚਿਆ ਸੀ ਵੀ ਮੈਂ ਆਹੀ ਕੰਮ ਸਟਾਰਟ ਕਰਨਾ? ਕਿਉਂਕਿ ਬਚਪਨ ਵਿੱਚ ਜਦੋਂ ਬੰਦਾ ਤਰੀਮ ਹਾਸਲ ਕਰਦਾ ਵਾ, ਹਰ ਬੰਦੇ ਦੇ ਖ਼ਾਬ ਹੁੰਦੇ, ਭਾਈ ਮੈਂ ਕਾਰੋਬਾਰ ਕਰਾਂਗਾ, ਮੈਂ ਡਾਕਟਰ ਬਣਾਂਗਾ, ਇੰਜੀਨੀਅਰ ਬਣਾਂਗਾ। ਤੁਸੀਂ ਕਦੇ ਸੋਚਿਆ ਸੀ ਵੀ ਯਾਰ ਮੈਂ ਆਹੀ ਕੰਮ ਕਰਨਾ, ਮੈਂ ਵਾਲਿਦ ਸਾਹਿਬ ਦੇ ਕੰਮ ਨੂੰ ਅੱਗੇ ਲੈ ਕੇ ਜਾਣਾ, ਜਾਂ ਇੱਕ ਅਚਾਨਕ ਹੀ ਕੋਈ ਪਲਾਨ ਬਣਿਆ? ਨਹੀਂ ਜੀ, ਹਰ ਵਾਲਿदैन ਨੇ ਤਾਂ ਆਪਣੀ ਔਲਾਦ ਵਾਸਤੇ ਅੱਛਾ ਹੀ ਸੋਚਿਆ ਹੁੰਦਾ ਵਾ, ਤੇ ਸਾਡੇ ਘਰਦਿਆਂ ਨੇ ਵੀ ਸਾਡੇ ਵਾਸਤੇ ਅੱਛਾ ਸੋਚਿਆ ਸੀ, ਲੇਕਿਨ ਨਸੀਬਾਂ ਵਿੱਚ ਇਹ ਸੀ, ਠੀਕ ਹੋ ਗਿਆ। ਤੇ ਬਾਕੀ ਭਾਈਜਾਨ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਇਨਸਾਨ ਨੂੰ ਆਪਣੇ ख्वाब ਵੱਡੇ ਰੱਖਣੇ ਚਾਹੀਦੇ ਹੈ, ਕਿਉਂਕਿ ਜਦੋਂ ख्वाब ਵੱਡੇ ਹੋਣਗੇ ਨਾ ਭਾਈਜਾਨ, ਤੁਸੀਂ ਉਹਨਾਂ ਨੂੰ ਫਿਰ ਪੂਰਾ ਕਰਨ ਵਾਸਤੇ ਪੂਰੀ ਜਦੋਜਹਿਦ ਕਰੋਗੇ। ਤੇ ਮੈਂ ਨੌਕਰੀ ਤੇ ਵੀ ਲੱਗਾ ਸੀ, ਲੇਕਿਨ ਮੈਂ ਨੌਕਰੀ ਛੱਡ ਦਿੱਤੀ ਸੀ, ਕਿਉਂਕਿ ਬਾਈ ख्वाब ਵੱਡੇ ਸੀ ਤੇ ਨੌਕਰੀ ਕਰਕੇ ਨਾ ਪੂਰੇ ਨਹੀਂ ਹੁੰਦੇ ਸੀ। ਅੱਛਾ ਜੀ। ਹਾਂਜੀ। ਅੱਛਾ, ਸ਼ੁਰੂ ਦੇ ਵਿੱਚ ਤੁਹਾਡੇ ਦੋਸਤਾਂ ਦਾ ਜਾਂ ਤੁਹਾਡੇ ਵਾਲਿਦ ਸਾਹਿਬ ਦਾ ਕੀ ਰਿਐਕਸ਼ਨ ਸੀ ਜਦੋਂ ਸਟਾਰਟ ਕੀਤਾ ਪਹਿਲਾ ਇਵੈਂਟ? ਵਾਲਿਦ ਸਾਹਿਬ ਦਾ ਰਿਐਕਸ਼ਨ ਇਹੀ ਸੀ ਜੀ ਕਿ ਮਿਹਨਤ ਕਰਨੀ ਆ, ਕਿਉਂਕਿ ਤੁਹਾਨੂੰ ਪਤਾ ਜਿਹੜਾ ਪੁਰਾਣੇ ਦਿਨ ਦਾ ਬੰਦਾ ਹੁੰਦਾ ਨਾ ਭਾਜੀ, ਜੀ, ਉਹਨੂੰ ਸਿਰਫ ਇਹ ਹੁੰਦਾ ਕਿ ਬਾਈ ਮਿਹਨਤ ਕਰੋ ਬਸ। ਆ ਹੁਣ ਨਵੀਂ ਜਨਰੇਸ਼ਨ ਆ ਭਾਈਜਾਨ, ਦੌਰ ਹੈਗਾ ਉਹ, ਲੋਕ ਭਾਈ ਤਰਜੀਹ ਦਿੰਦੇ ਆ ਗੱਡੀਆਂ ਹੋਣ, ਕੋਈ ਮੇਰਾ ਯਾਰ ਸੱਜਣ ਹੈਗਾ ਉਹ ਚੰਗਾ ਹੋਵੇ, ਵਧੀਆ ਖਾਂਦਾ ਪਾਉਂਦਾ ਹੋਵੇ, ਘਰੋਂ ਬਾਹਰੋਂ ਚੰਗਾ ਸੌਖਾ ਹੋਵੇ। ਇਹ ਚੀਜ਼ਾਂ ਅਸੀਂ ਬਾਈ ਬੜੀਆਂ ਫੋਰਸ ਕੀਤੀਆਂ ਵਾ, ਕਿਉਂਕਿ ਜਿਹੜੇ ਚੰਗੇ ਯਾਰ ਦੋਸਤ ਹੁੰਦੇ ਸੀ ਨਾ, ਖਾਂਦੇ ਪੀਂਦੇ ਘਰ ਦੇ ਹੁੰਦੇ ਸੀ, ਸਾਡੇ ਤੋਂ ਤਾਂ ਥੋੜ੍ਹਾ ਜਿਹਾ ਅਵਾਇਡ ਕਰਦੇ ਹੁੰਦੇ ਸੀ। ਅੱਛਾ। ਚੰਦ ਕੁਛ ਦੋਸਤ ਸੀ ਜਿਹੜੇ ਸਾਨੂੰ ਨਾਲ ਲੈ ਕੇ ਤੁਰਦੇ ਸੀਗੇ, ਤੇ ਉਹ ਅਲਹਮਦੁਲਿਲਾ ਸਾਡੇ ਨਾਲ ਅੱਜ ਵੀ ਖੜੇ ਨੇ। ਯਾਨੀ ਕਿ ਸ਼ੁਰੂ ਤੁਹਾਨੂੰ ਮੁਸ਼ਕਲਾਂ ਬਹੁਤ ਹੋਈਆਂ ਵਾ, ਕਿਉਂਕਿ ਬਾਈ ਕਿਸ ਦਾ ਨਹੀਂ ਹੁੰਦਾ। ਮੈਂ ਕਹਿੰਦਾ ਅਗਰ ਮੈਂ ਵੱਡੀ ਗੱਡੀ ਰੱਖੀ, ਯਾਰ ਮੇਰਾ ਯਾਰ ਵੀ ਵੱਡੀ ਗੱਡੀ ਵਾਲਾ ਹੋਵੇ। ਬਾਈ ਇਸ ਤਰ੍ਹਾਂ ਦੇ ਦਿਨ ਹਰ ਬੰਦੇ ਨਾਲ ਨਹੀਂ ਹੁੰਦਾ। ਸ਼ੁਰੂ ਵਿੱਚ ਤੁਹਾਡੇ ਦੋਸਤ ਯਾਰ ਕਿੱਦਾਂ ਦੇ ਸੀ? ਹੁਣ ਤਾਂ ਤੁਹਾਡੀ ਮਾਸ਼ਾਅੱਲਾ ਹਰ ਬੰਦਾ ਤੁਹਾਨੂੰ ਜਾਣਦਾ, ਵੱਡੇ ਇੰਟਰਸਟਰ ਜਾਣਦੇ ਆ। ਸ਼ੁਰੂ ਵਿੱਚ ਤੁਸੀਂ ਟਿਕਟਾਕ ਤੇ ਆਏ ਹੋ, ਬਲਕਿ ਤੁਹਾਨੂੰ ਟਿਕਟਾਕ ਤੇ ਆਉਣ ਦਾ ਮਸ਼ਵਰਾ ਕਿਹਨੇ ਦਿੱਤਾ? ਯਾਰ ਟਿਕਟਾਕ ਤੇ ਆਉਣ ਦਾ ਮਸ਼ਵਰਾ ਦੋਸਤ ਨੇ ਦਿੱਤਾ ਸੀ, ਆਪਣੇ ਬਹੁਤ ਪਿਆਰੇ ਭਾਈ ਸ਼ਜ਼ੇਬ ਭਾਈ ਆ, ਫਿਰ 2-4 ਦੋਸਤ ਹੋਰ ਸੀ। ਉਹਨਾਂ ਨੇ ਇਹੀ ਕਿਹਾ ਸੀ ਕਿ ਯਾਰ ਤੁਸੀਂ ਮਾਸ਼ਾਅੱਲਾ ਯਾਰ ਐਡਾ ਅੱਛਾ ਕੰਮ ਕਰ ਰਹੇ ਹੋ, ਅੱਛਾ ਫੋਨ ਲਵੋ, ਕੋਈ ਮਤਲਬ ਸੋਸ਼ਲ ਦੇ ਉੱਪਰ ਆਓ ਤਾਂ ਕਿ ਤੁਹਾਡਾ ਦੁਨੀਆ ਨੂੰ ਪਤਾ ਲੱਗੇ। ਅੱਛਾ। ਤੇ ਫਿਰ ਉਹੀ ਕੰਮ ਕੀਤਾ, ਬਸ ਪੇਜ ਸ਼ੇਜ ਬਣਾਇਆ ਵਾ ਤੇ ਸੋਸ਼ਲ ਦੇ ਉੱਪਰ ਆਏ ਆ। ਉਸ ਤੋਂ ਬਾਅਦ ਵੀਡੀਓ ਲਗਾਈਆਂ, 1-2 ਇਵੈਂਟ ਕੀਤੇ ਸੀ ਅੱਛੇ, ਤੇ ਉਹ ਅੱਲਾਹ ਪਾਕ ਨੇ ਮਾਸ਼ਾਅੱਲਾ, ਕਿਉਂਕਿ ਇਹ ਚੀਜ਼ ਬਾਈ ਹੈ ਹੀ ਨਹੀਂ ਸੀ ਇੱਥੇ ਪਾਕਿਸਤਾਨ ਦੇ ਵਿੱਚ, ਫੈਸਲਾਬਾਦ 'ਚ ਇੰਨੀ ਸਫਾਈ ਸੁਥਰਾਈ ਇਸ ਕੰਮ 'ਚ ਨਹੀਂ ਹੈ ਸੀ, ਬਿਲਕੁਲ ਨਹੀਂ ਹੈ, ਇਸ ਚੀਜ਼ ਨੂੰ ਮੈਂ ਮੰਨਦਾ। ਤੇ ਹਾਂਜੀ, ਉਹ ਫਿਰ ਅੱਲਾਹ ਪਾਕ ਨੇ ਮਾਸ਼ਾਅੱਲਾ ਜੀ ਗੁੱਡੀ ਚਾੜ ਦਿੱਤੀ। ਅੱਛਾ ਜੀ, ਤੁਸੀਂ ਆਏ ਹੋ ਇਸ ਕੰਮ ਦੇ ਵਿੱਚ ਜੀ, ਤੁਸੀਂ ਮਤਲਬ ਸਟਾਰਟ ਕਿਹੜੇ ਸ਼ਹਿਰ ਤੋਂ ਲਿਆ? ਫੈਸਲਾਬਾਦ ਤੋਂ, ਲਾਹੌਰ ਤੋਂ? ਭਾਈਜਾਨ ਪਹਿਲੇ ਸਾਰਾ ਕੰਮ ਸਾਡਾ ਸੀਗਾ ਫੈਸਲਾਬਾਦ ਦਾ, ਆਊਟ ਆਫ ਸਿਟੀ ਵਿੱਚ ਬਹੁਤ ਕੰਮ ਜਾਂਦੇ ਸੀ। ਇੱਕ ਇਵੈਂਟ ਮੈਂ ਬੁੱਕ ਕੀਤਾ ਸੀ ਆਪਣੇ ਸ਼ੇਖੂਪੁਰਾ, ਚੌਧਰੀ ਸੁਲਤਾਨ ਵਿਰਕ, ਚੌਧਰੀ ਉਸਮਾਨ ਵਿਰਕ, DSP ਸਾਹਿਬ ਨੇ ਉੱਥੇ ਮਾਸ਼ਾਅੱਲਾ, ਜ਼ਾਹਦ ਵਿਰਕ ਸਾਹਿਬ, ਉਹਨਾਂ ਦੇ ਘਰ ਸ਼ਾਦੀ ਸੀਗੀ, ਜਿੱਥੋਂ ਮੇਨ ਸਾਡੀਆਂ ਮਾਸ਼ਾਅੱਲਾ ਵੀਡੀਓਜ਼ ਚੜੀਆਂ ਨੇ। ਤੁਹਾਡਾ ਪਹਿਲਾ ਇਵੈਂਟ ਜਿਹੜਾ ਕਹਿ ਰਹੇ ਹੋ DSP ਸਾਹਿਬ ਦਾ ਸੀ? ਯਾਨੀ ਕਿ ਇਵੈਂਟ ਸ਼ੁਰੂ ਤੋਂ ਹੀ ਕਰ ਰਹੇ ਸੀ, ਲੇਕਿਨ ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਜਿੱਦਾਂ ਉਹ ਕਹਿੰਦੇ ਜਿਹੜੀ ਵੀਡੀਓ ਵਾਇਰਲ ਹੋਈ ਸੀ ਪਹਿਲੀ ਵੀਡੀਓ ਸਾਡੀ, ਉਹ ਸੀ ਸ਼ੇਖੂਪੁਰੇ ਦੀ ਸੀ। ਅੱਜ ਮੈਂ ਉਹਦੀ ਗੱਲ ਕਰ ਰਿਹਾ, ਜਿਹੜੀ ਟਿਕਟਾਕ ਤੇ ਪਹਿਲੀ ਵੀਡੀਓ ਵਾਇਰਲ ਹੋਈ ਆ, ਉਹ ਤੁਸੀਂ ਉਹ ਅਸੀਂ ਉੱਥੇ ਗਿਆ ਸੀ, ਮੇਰਾ ਜੀ ਕੋਈ 26 ਤੋਂ 30 ਲੋਕਾਂ ਦਾ ਗਰੁੱਪ ਗਿਆ ਸੀ ਵਿਰਕਾਂ ਦੇ, ਤੇ ਉਹਨਾਂ ਨੇ ਮਾਸ਼ਾਅੱਲਾ ਬੜਾ ਅੱਛਾ ਇਵੈਂਟ ਕੀਤਾ ਸੀ। ਤੇ ਉਹਨਾਂ ਨੇ ਮੈਨੂੰ ਜਦੋਂ ਬੁਕਿੰਗ ਮੈਨੂੰ ਹੋਈ ਸੀ ਬਾਹਰੋਂ ਉਸਮਾਨ ਭਾਈ ਨੇ, ਤੇ ਉਹਨਾਂ ਨੇ ਕਰਵਾਈ ਸੀਗੀ। ਉਹਨੇ ਕਿਹਾ ਜੀ ਖੁਰਮ ਭਾਈ ਪੈਸੇ ਦੀ ਟੈਨਸ਼ਨ ਨਹੀਂ, ਮੈਨੂੰ ਕੰਮ ਅੱਛਾ ਚਾਹੀਦਾ ਵਾ। ਅੱਛਾ। ਤੇ ਮੈਂ ਮਾਸ਼ਾਅੱਲਾ ਕੋਈ 28-30 ਬੰਦੇ ਦਾ ਗਰੁੱਪ ਲੈ ਕੇ ਗਿਆ ਵਾਂ, ਤੇ ਆ ਕੇ ਜਦੋਂ ਵੀਡੀਓ ਲਗਾਈ ਹੈ ਨਾ, ਤੇ ਮਾਸ਼ਾਅੱਲਾ ਰਾਤ ਨੂੰ ਵੀਡੀਓ ਲਗਾਈ ਹੈ ਜੀ, ਸੁਬਾਹ ਨੂੰ ਵੀਡੀਓ ਮੇਰੀਆਂ ਦੋਨੇ ਤਿੰਨੇ ਤੇ ਮਾਸ਼ਾਅੱਲਾ ਜੀ ਓਕੇ ਲੱਗੇ, ਤੇ ਅਸੀਂ ਘਰ 'ਚ ਸ਼ਦਾਈ ਹੋਏ ਫਿਰਨੇ ਆ। ਕਿਹੜੇ ਸਾਲ ਦੀ ਗੱਲ ਕਰ ਰਹੇ ਹੋ? ਇਹ ਆਈ ਥਿੰਕ ਮੇਰੇ ਖਿਆਲ ਨਾਲ ਕੋਈ 4 ਸਾਲ ਪੁਰਾਣੀ ਗੱਲ ਆ। 4 ਸਾਲ ਪੁਰਾਣੀ, ਯਾਨੀ ਕਿ 2020 ਦੀ ਗੱਲ? ਹਾਂ, 2021 ਦੀ ਗੱਲ ਹੈ। ਅੱਛਾ, ਪਹਿਲਾਂ ਤੁਹਾਨੂੰ ਲਮਾ ਕਿਦੋਂ ਲੱਗਾ ਵੀ ਤੁਹਾਨੂੰ ਲੱਗਾ ਨਹੀਂ ਯਾਰ ਅਸੀਂ ਬ੍ਰਾਂਡ ਬਣ ਗਏ ਆ, ਸਾਨੂੰ ਲੋਕ ਪਹਿਚਾਨਣ ਲੱਗੇ? ਤੁਹਾਨੂੰ ਕਿਦੋਂ ਮਹਿਸੂਸ ਹੋਇਆ? ਭਾਈਜਾਨ ਮਹਿਸੂਸ ਉਸ ਦਿਨ ਹੋਣ ਲੱਗ ਗਿਆ ਸੀ, ਕਿਉਂਕਿ ਜਦੋਂ ਦੋਨਾਂ ਭਰਾਵਾਂ ਨੇ ਮਸ਼ਵਰਾ ਕਰਕੇ ਚੱਲੇ ਸੀ ਨਾ, ਅਸੀਂ ਜਦੋਂ ख्वाब ਦੇਖਣ ਲੱਗ ਗਏ ਸੀ, ਤੇ ਸਾਨੂੰ 70% ਯਕੀਨ ਇਹ ਹੋਣ ਲੱਗ ਗਿਆ ਸੀ ਕਿ ਇਨਸ਼ਾਅੱਲਾ ਅਸੀਂ ਦੋਨੇ ਭਰਾ ਕੁਛ ਕਰਾਂਗੇ। ਤੇ ਹਲਫਨ ਕਸਮ ਵਾਲੀ ਗੱਲ ਆ, ਪੱਲੇ ਉਦੋਂ ਕੁਛ ਵੀ ਨਹੀਂ ਹੈ ਸੀ, ਲੇਕਿਨ ਇੱਕ ਫਿਊਚਰ ਬ੍ਰਾਈਟ ਦਿਖਣ ਲੱਗ ਗਿਆ ਸੀ ਕਿ ਯਾਰ ਅਸੀਂ ਆਉਣ ਵਾਲੇ ਵਕਤ ਵਿੱਚ ਕੁਛ ਕਰਾਂਗੇ। ਅੱਛਾ। ਉਦੋਂ ਕੋਈ ਵੀ ਨਹੀਂ ਸੀ, ਨਾ ਦੁਕਾਨ ਬਣਾਈ ਸੀ, ਨਾ ਕੁਛ ਕੀਤਾ ਸੀ, ਲੇਕਿਨ ਇਹ ਸੀ ਕਿ ਜਦੋਂ ਅਸੀਂ ਆਹ ਚੀਜ਼ ਸੋਚੀ ਹੈ ਨਾ, ਇਸ ਤਰ੍ਹਾਂ ਬੈਂਡ ਹੋਣਾ ਚਾਹੀਦਾ ਵਾ, ਇਸ ਤਰ੍ਹਾਂ ਬੈਂਡ ਜਾਣਾ ਚਾਹੀਦਾ ਵਾ, ਇੰਨੀ ਸਫਾਈ ਸੁਥਰਾਈ ਹੋਣੀ ਚਾਹੀਦੀ ਆ, ਤੇ ਉਹ ਚੀਜ਼ਾਂ ਦੇਖ ਕੇ ਨਾ, ਤੇ ਅਸੀਂ ਆਪਣਾ ਫਿਊਚਰ ਜਿਸ ਤਰ੍ਹਾਂ ਸਾਡੀ ਚੀਜ਼ ਸਾਹਮਣੇ ਨਹੀਂ ਪਈ ਹੁੰਦੀ ਕਿ ਯਾਰ ਆਹ ਚੀਜ਼ ਸਾਨੂੰ ਕੱਲ੍ਹ ਨੂੰ ਮਿਲੇਗੀ, ਤੇ ਕਸਮ ਵਾਲੀ ਗੱਲ ਆ, ਅੱਜ ਯਕੀਨ ਮੰਨੋ ਜਿਹੜੀਆਂ ਚੀਜ਼ਾਂ 4 ਸਾਲ ਪਹਿਲੇ ਸੋਚੀਆਂ ਸੀ ਨਾ, ਅੱਜ ਮਾਸ਼ਾਅੱਲਾ ਉਹ ਚੀਜ਼ਾਂ ਸਾਡੇ ਕੋਲ ਆ, ਤੇ ਅਸੀਂ ਉਸ ਤਰ੍ਹਾਂ ਕੰਮ ਕਰ ਰਹੇ ਹਾਂ। ਅੱਛਾ, ਮੈਂ ਤਕਰੀਬਨ 3-4 ਸਾਲ ਪਹਿਲੇ ਤੁਹਾਡੀ ਅਕਸਰ ਇੱਕ ਵੀਡੀਓ ਦੇਖੀ ਸੀ, ਜੇ ਤੁਹਾਡਾ ਕੋਈ ਇਸ਼ੂ ਬਣਿਆ ਸੀ, ਤੁਹਾਡਾ ਕੋਈ ਐਲੀਗੇਸ਼ਨ ਲੱਗਾ ਸੀ, ਆਈ ਥਿੰਕ ਤੁਸੀਂ ਕੋਈ ਸਟਿਕ ਯੂਜ਼ ਕੀਤੀ ਸੀ ਜਾਂ ਕੋਈ ਬੈਜ ਯੂਜ਼ ਕੀਤਾ ਸੀ, ਉਹਦੇ ਬਾਰੇ ਥੋੜ੍ਹਾ ਵਾਮ ਦੱਸੋ, ਕੀ ਮਸਲਾ ਸੀ? ਹਾਂਜੀ ਬਿਲਕੁਲ, ਅਸੀਂ ਮੇਰੇ ਪੂਰਾ ਗਰੁੱਪ
FIR ਹੋ ਗਈ ਸੀ, ਅਸੀਂ ਮਤਲਬ ਇੱਕ ਰਾਤ ਜੇਲ੍ਹ 'ਚ ਵੀ ਰਹਿ ਕੇ ਆਏ ਆ। ਅੱਛਾ। ਉਹ ਐਲੀਗੇਸ਼ਨ ਇਹ ਲੱਗਾ ਸੀ, ਦੇਖੋ ਜੀ ਐਲੀਗੇਸ਼ਨ ਤਾਂ ਸਹੀ ਲੱਗਾ ਸੀ, ਕਿਉਂਕਿ ਪੁਰਾਣੇ ਵਕਤ 'ਚ ਜਦੋਂ ਚੱਲਦੇ ਸੀ, ਤੁਹਾਨੂੰ ਪਤਾ ਚੀਜ਼ ਜਦੋਂ ਫੇਮਸ ਹੁੰਦੀ ਆ ਨਾ ਬਾਈ, ਦੁਨੀਆ ਨੂੰ ਉਦੋਂ ਪਤਾ ਲੱਗਦਾ ਵਾ, ਅਫਸਰਾਂ ਨੂੰ ਵੀ ਉਦੋਂ ਪਤਾ ਲੱਗਦਾ ਵਾ, ਕਿਉਂਕਿ ਲੋਕਲ ਚੀਜ਼ ਜਦੋਂ ਤੁਰਦੀ ਫਿਰਦੀ ਉਹਨੂੰ ਕੋਈ ਪਤਾ ਨਹੀਂ ਲੱਗਦਾ। ਪਹਿਲੇ ਬੈਂਡ ਧੱਕੇ ਖਾਂਦਾ ਸੀ ਭਾਈ ਰਕਸ਼ਿਆਂ ਦੇ ਵਿੱਚ, ਬੱਸਾਂ ਦੇ ਉੱਤੇ ਬਹਿ ਕੇ ਚੱਲ ਜਾਣਾ। ਮੈਂ ਆ ਕੇ ਚੇਂਜ ਦਿੱਤਾ, ਮੈਂ ਅੱਖਾਂ ਅੱਗੇ ਆ ਗਿਆ। ਤੇ ਸਾਡੇ ਨਾ ਯੂਨੀਫਾਰਮ ਦੇ ਉੱਪਰ ਬੈਚ ਲੱਗੇ ਹੁੰਦੇ ਸੀ, ਇੱਥੇ ਆਪਣੇ ਕਰਾਉਣ ਲੱਗੇ ਹੋਣੇ ਪੁਲਿਸ ਦੇ, ਠੀਕ ਹੋ ਗਿਆ, ਜਿਹੜੇ ਤੁਹਾਨੂੰ ਪਤਾ ASC ਦਾ ਹੁੰਦਾ, SHO ਦਾ ਹੁੰਦਾ, ਬੈਚ ਲੱਗਾ ਹੋਣਾ, ਠੀਕ ਆ। ਲੇਕਿਨ ਉੱਤੇ ਸਿਕਿਉਰਿਟੀ ਲਿਖਿਆ ਹੁੰਦਾ ਸੀ, ਵੀਡੀਓਜ਼ ਦੇ ਵਿੱਚ ਨਹੀਂ ਪਤਾ ਲੱਗਦਾ ਸੀ ਕਿ ਸਿਕਿਉਰਿਟੀ ਦਾ ਬੈਚ ਲੱਗਾ। ਉਹ ਲਿਹਾਜ਼ਾ ਗਲਤ ਸੀ, ਲੇਕਿਨ ਅਸੀਂ ਕਦੀ ਇਹ ਚੀਜ਼ ਨੂੰ ਸੋਚਿਆ ਨਹੀਂ ਹੈ ਸੀ, ਤੇ ਉਹਦੀ ਵਜ੍ਹਾ ਤੋਂ ਸਾਡਾ ਕੋਈ ਇਸ਼ੂ ਮਾਮਲਾ ਤਾਂ ਬਣਿਆ ਸੀ। ਲੇਕਿਨ ਉਹ ਫਿਰ ਅਗਲੇ ਦਿਨ ਜ਼ਮਾਨਤ ਵਗੈਰਾ ਹੋ ਕੇ ਆ ਗਏ ਸੀ। ਹੁਣ ਤੁਸੀਂ ਦੇਖ ਰਹੇ ਹੋਣਾ ਲਿਖਿਆ ਅੰਸਾਰੀ, ਹਾਂਜੀ ਹਾਂਜੀ, ਆ ਲਿਖਿਆ ਢੋਲ ਲਾਇਆ ਵਾ, ਠੀਕ ਆ, ਬੈਚ ਖਤਮ ਆ। ਲੇਕਿਨ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਆਪ 'ਚ ਵੀ ਚੇਂਜਿੰਗ ਕੀਤੀ ਕਿ ਨਹੀਂ, ਬਿਲਕੁਲ ਇਹ ਚੀਜ਼ ਗਲਤ ਆ, ਇਹ ਲਿਹਾਜ਼ਾ ਨਹੀਂ ਹੋਣੀ ਚਾਹੀਦੀ। ਦੇਖੋ ਤੁਹਾਡਾ ਮਕਸਦ ਗਲਤ ਨਹੀਂ ਸੀ। ਹਾਂ, ਇਹ ਬਿਲਕੁਲ ਮੈਂ ਉਦੋਂ ਬੜਾ ਹਰਟ ਹੋਇਆ ਸੀ ਜੀ। ਲੇਕਿਨ ਤੁਹਾਨੂੰ ਪੁਲਿਸ ਵਾਲਿਆਂ ਨੇ ਕਿਹਾ ਨਹੀਂ ਕਿ ਕੋਈ ਨਹੀਂ ਯਾਰ ਤੁਸੀਂ ਮਾਸ਼ਾਅੱਲਾ ਉੱਪਰ ਤੇ ਉਸਤਾਰੇ ਹੋ, ਨਹੀਂ ਐਪਰੀਸ਼ੀਏਟ ਮੈਨੂੰ ਬਹੁਤ ਕੀਤਾ। ਜਦੋਂ ਮੈਨੂੰ ਜਿਹੜਾ ਭਾਈ ਇੱਥੋਂ ਜਦੋਂ ਮੇਰੇ ਤੇ ਰੇਟ ਹੋਇਆ ਨਾ, ਡਾਲੇ 4 ਡਾਲੇ ਆਏ ਜਦੋਂ ਮੇਰੇ ਤੇ ਰੇਟ ਹੋਇਆ। ਹਾਲਾਂਕਿ ਮੈਂ ਕਿਹਾ ਯਾਰ ਅਸੀਂ ਤਾਂ ਨਾ ਕੋਈ ਡਕੈਤੀ ਕੀਤੀ, ਨਾ ਬੰਦੇ ਮਾਰੇ ਆ, 3 ਤੋਂ 4 ਡਾਲੇ ਆਏ ਆ। ਲੇਕਿਨ ਜਦੋਂ ਦਫ਼ਤਰ ਅੱਗੇ ਆਏ ਨਾ, ਉਹਨੂੰ ਬੜਾ ਦੁੱਖ ਹੋਇਆ ਕਿ ਯਾਰ ਇਹਨਾਂ ਤੇ ਦਰਖਾਸਤ ਦਿੱਤੀ, ਸਾਨੂੰ ਇਹ ਨਹੀਂ ਅੱਜ ਤੱਕ ਪਤਾ ਲੱਗਾ ਸਾਡੇ ਤੇ ਦਰਖਾਸਤ ਦਿੱਤੀ ਕਿਹੜੇ ਬੰਦੇ ਨੇ, ਸਾਨੂੰ ਚੁਕਾਇਆ ਕਿਹੜੇ ਬੰਦੇ ਨੇ। ਅੱਛਾ, ਕਿਸੇ ਥਰਡ ਪਰਸਨ ਨੇ ਤੁਹਾਡੀ ਸ਼ਿਕਾਇਤ ਕੀਤੀ ਵੀ ਯਾਰ ਬੰਦੇ। ਹੁਣ ਬਾਈਜਾਨ ਅਸੀਂ ਇੰਨੇ ਇਵੈਂਟ ਕੀਤੇ, ਐਡੇ ਅਫਸਰਾਂ ਦੇ ਘਰਾਂ 'ਚ ਗਏ ਆ, ਇਵੈਂਟਾਂ ਦੇ ਉੱਪਰ ਗਏ ਆ, ਠੀਕ ਹੋ ਗਿਆ। ਜਦੋਂ ਮੈਨੂੰ ਉੱਥੇ ਜੇਲ੍ਹ 'ਚ ਲੈ ਕੇ ਸਾਨੂੰ ਅਸੀਂ ਕਚਹਿਰੀਆਂ ਜ਼ਮਾਨਤਾਂ ਕਰਾਉਣ ਗਏ, ਅੱਲਾ ਦੀ ਕਸਮ ਵਕੀਲ ਕੀ ਸਾਰੇ ਬੰਦੇ ਦੇਖਦੇ ਸੀ ਕਿ ਯਾਰ ਆਹ ਜਾਸਤੀ ਹੋਈ ਆ, ਮੁੰਡਿਆਂ ਨੂੰ ਜਿਹੜਾ ਚੱਕਿਆ ਨਾ ਮਾੜਾ ਕੀਤਾ। ਬਿਲਕੁਲ ਜੀ, ਉਸ ਟਾਈਮ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਸੀ। ਮੈਂ ਕਿਹਾ ਯਾਰ ਇੱਕ ਅੱਛਾ ਕੰਮ ਕਰ ਰਹੇ ਨੇ। ਇੱਕ ਤਾਂ ਤੁਸੀਂ ਦੱਸਿਆ ਜੀ ਮੇਰੀ ਗ੍ਰੈਜੂਏਸ਼ਨ ਐਜੂਕੇਸ਼ਨ ਹੈ। ਅੱਜ ਕੱਲ੍ਹ ਦੌਰ ਵਿੱਚ ਜਿਹੜੇ ਬੰਦੇ ਨੇ ਮੈਟ੍ਰਿਕ ਕੀਤਾ, ਕਹਿੰਦਾ ਨਹੀਂ ਯਾਰ ਮੈਂ ਟੇਬਲ ਸਾਫ਼ ਨਹੀਂ ਕਰਨਾ। ਦੇਖੋ ਨਾ ਭਾਈਜਾਨ, ਅਸੀਂ ਕੰਮ ਅੱਛਾ ਕੀਤਾ ਨਾ ਯਾਰ, ਮੈਂ ਮਾੜਾ ਕੰਮ ਤਾਂ ਨਹੀਂ ਕੀਤਾ। ਬਿਲਕੁਲ। ਮੈਨੂੰ ਇਹ ਦੱਸਣ ਕਿ ਮੈਂ ਪਾਕਿਸਤਾਨ ਦਾ ਜਾਂ ਆਪਣੇ ਫੈਸਲਾਬਾਦ ਦਾ ਕੋਈ ਨਾਂ ਨੂੰ ਡਿਸਕ੍ਰੈਡਿਟ ਕੀਤਾ, ਅੱਛਾ ਕੰਮ ਕੀਤਾ ਭਾਈਜਾਨ। ਅੱਜ ਕਿਤੇ ਸ਼ਹਿਰ 'ਚ ਚੱਲ ਜਾਓ ਯਾਰ, ਫੈਸਲਾਬਾਦ ਯਾਰ ਅੰਸਾਰੀ ਬੈਂਡ ਫੈਸਲਾਬਾਦ, ਬਿਲਕੁਲ ਜੀ ਬਿਲਕੁਲ, ਫਖਰ ਮਹਿਸੂਸ ਹੁੰਦਾ ਯਾਰ ਸਾਡੇ ਫੈਸਲਾਬਾਦ ਦਾ ਨਾਂ ਵੱਜਦਾ, ਠੀਕ ਆ। ਮੈਂ ਮਾੜਾ ਕੰਮ ਕੀਤਾ ਹੁੰਦਾ ਯਾਰ, ਫੇਰ ਤਾਂ ਮੈਂ ਸਜ਼ਾ ਦਾ ਹੱਕਦਾਰ ਸੀ। ਲੇਕਿਨ ਟਾਈਮ ਲੰਘ ਗਿਆ, ਸ਼ੁਕਰ ਅੱਲਾਹ ਪਾਕ ਦਾ। ਦੇਖੋ ਜੀ 70 ਤੋਂ 80% ਮਾਸ਼ਾਅੱਲਾ ਲੋਕ ਜਿੰਨੇ ਮੁਲਾਜ਼ਮ ਤਬਕਾ ਜਿੰਨੇ ਉਤਰੀ ਸਤਹ ਤੇ ਬੈਠੇ ਮਾਸ਼ਾਅੱਲਾ ਸਾਨੂੰ ਅਪਰੀਸ਼ੀਏਟ ਕਰਦੇ ਆ। ਅੱਛਾ, ਆ ਬੜੇ ਮਾਸ਼ਾਅੱਲਾ ਕਸਟਮਰ ਆਉਂਦੇ ਆ, ਮੁਲਾਜ਼ਮ ਤਬਕਾ ਕਈ ਹੁੰਦੇ ਨਾ, ਕਹੋਗੇ ਯਾਰ ਮਾਸ਼ਾਅੱਲਾ ਸਾਨੂੰ ਤੁਹਾਡਾ ਕੰਮ ਬੜਾ ਅੱਛਾ ਲੱਗਦਾ, ਬੜਾ ਸਾਫ਼ ਸੁਥਰਾ ਲੱਗਦਾ। ਅੱਛਾ ਤੂੰ ਖੁਰਮ ਇਹ ਦੱਸੋ, ਤੁਹਾਨੂੰ ਕੀ ਲੱਗਦਾ ਵੀ ਕਿਹੜੀ ਚੀਜ਼ ਤੁਹਾਡੀ ਸ਼ੋਹਰਤ ਦੀ ਵਜ੍ਹਾ ਬਣੀ? ਸ਼ੋਹਰਤ ਦੀ ਵਜ੍ਹਾ ਜੀ, ਇੱਕ ਤਾਂ ਭਾਈਜਾਨ ਤੁਸੀਂ ਦੇਖ ਸਕਦੇ ਹੋ ਕੰਮ, ਕਿਉਂਕਿ ਭਾਈਜਾਨ ਦੁਨੀਆ ਚੀਜ਼ ਉਦੋਂ ਪਸੰਦ ਕਰਦੀ ਹੈ ਜਦੋਂ ਕੋਈ ਪੱਲੇ ਕੋਈ ਚੀਜ਼ ਹੋਵੇ। ਬੈਂਡ ਉਦੋਂ ਵੱਜਦੇ ਸੀ, ਲੇਕਿਨ ਕੋਈ ਅੱਖਾਂ ਅੱਗੇ ਹੈ ਨਹੀਂ ਸੀ। ਯੂਨੀਕ ਚੀਜ਼ ਆਈ ਆ, ਠੀਕ ਆ, ਕੰਮ ਅੱਛਾ ਕੀਤਾ ਵਾ ਤੇ ਲੋਕਾਂ ਨੂੰ ਪਸੰਦ ਆਇਆ, ਲੋਕਾਂ ਨੇ ਸਾਨੂੰ ਮੁਹੱਬਤ ਦਿੱਤੀ ਆ। ਤੇ ਸਭ ਤੋਂ ਵੱਡੀ ਗੱਲ ਜੀ ਮੈਨੂੰ ਜਿਹੜੀ ਮਤਲਬ ਕਹਿ ਲਓ ਕਿ ਇੱਕ ਸ਼ੋਹਰਤ ਦੀ ਵਜ੍ਹਾ ਵਾ ਜੀ, ਉਹ ਹੈਗਾ ਵਾ ਇਤਫਾਕ ਜੀ। ਅੱਛਾ, ਤੁਹਾਡੇ ਅੰਸਾਰੀ ਬੈਂਡ ਦੀ ਕਿਹੜੀ ਐਸੀ ਚੀਜ਼ ਮੁਖਤਲਿਫ ਆ, ਕਿਉਂਕਿ ਬੈਂਡ ਪਹਿਲੇ ਵੀ ਬਹੁਤ ਹਜ਼ਾਰਾਂ ਤਾਦਾਦ ਵਿੱਚ ਜੀ, ਤੁਹਾਡੀ ਕਿਹੜੀ ਐਸੀ ਚੀਜ਼ ਮੁਖਤਲਿਫ ਆ ਜਿਹੜੀ ਦੂਸਰਿਆਂ ਤੋਂ ਥੋੜੀ ਹਟ ਕੇ ਆ? ਬਈ ਥੋੜੀ ਹਟ ਕੇ ਨਹੀਂ ਮੈਂ ਕਹਾਂਗਾ, 100% ਹੀ ਹਟ ਕੇ ਕਹਾਂਗਾ। ਮੇਰੇ ਜਿੰਨੇ ਭਰਾ ਬੈਠੇ ਦੇਖ ਰਹੇ ਨੇ, ਇਹ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਕਿ ਬੈਂਡ ਜਦੋਂ ਦਫ਼ਤਰੋਂ ਨਿਕਲਦਾ, ਦੇਖੋ ਜੀ ਦਫ਼ਤਰ ਬਣਾਉਣਾ ਬੈਂਡ ਦੇ ਵਿੱਚ ਅਸੀਂ ਦੱਸਿਆ, ਅੱਛਾ ਪਾਉਣਾ, ਕੰਮ ਅੱਛਾ ਕਰਨਾ ਅਸੀਂ ਦੱਸਿਆ, ਠੀਕ ਹੈ। ਉਸ ਤੋਂ ਬਾਅਦ ਹੁਣ ਤੁਸੀਂ ਦੇਖਦੇ ਹੋਣੇ ਆ ਬੈਂਡ ਮੇਰਾ ਨਿਕਲਦਾ ਮਾਸ਼ਾਅੱਲਾ, ਨਾਲ ਰੋਕੋ ਡਾਲਾ ਹੁੰਦਾ, ਪਿੱਛੇ ਗ੍ਰੈਂਡ ਕੈਬਨ ਬਕਸਾ ਹੁੰਦਾ ਵਾ। ਮਾਸ਼ਾਅੱਲਾ ਡਾਲਾ ਜਾਂਦੇ ਹੋ? ਅਲਹਮਦੁਲਿਲਾ ਭਾਈਜਾਨ, ਜ਼ਾਤੀ ਆਪਣਾ ਡਾਲਾ ਵਾ, ਠੀਕ ਹੋ ਗਿਆ, ਆਪਣੀ ਗੱਡੀ ਆ। ਸਭ ਤੋਂ ਪਹਿਲੇ ਤਾਂ ਦੇਖੋ ਨਾ ਬੈਂਡ 3 ਕਰੋੜ ਦੀਆਂ ਗੱਡੀਆਂ 'ਚ ਜਾ ਰਿਹਾ। ਨਹੀਂ, ਇਹ ਤੁਸੀਂ ਚੀਜ਼ ਵਾਕਈ ਮੁਨਫਰਦ ਦੱਸੀ ਹੈ ਤੁਸੀਂ। ਮੈਂ ਕਿਹਾ ਥੋੜੀ ਬਹੁਤ, ਲੇਕਿਨ ਬਲਕਿ 1000% ਹੀ ਹੈ। ਆਪਾਂ ਲੋਕਾਂ ਨੇ ਅੱਜ ਕੱਲ੍ਹ ਦੇਖਿਆ ਵਾ ਪ੍ਰੋਟੋਕੋਲ ਦੇ ਡਾਲੇ ਯੂਜ਼ ਕਰਦੇ, ਕਿਸੇ ਨੇ ਜਾਣਾ MPM ਨੇ ਜਾਣਾ, ਪਿੱਛੇ ਰੋਕੜਾ ਡਾਲਾ ਜਾ ਰਿਹਾ ਪ੍ਰੋਟੋਕੋਲ। ਲੇਕਿਨ ਕਿਸੇ ਬਰਾਤ ਤੇ ਪ੍ਰੋਟੋਕੋਲ ਜਾ ਰਿਹਾ ਬੈਂਡ, ਉਹ ਵੀ ਵੇਖੋ ਡਾਲੇ ਵਿੱਚ। ਇਹ ਪਹਿਲੀ ਦਫਾ ਦੇਖਿਆ। ਇਹ ਤਾਂ ਮਾਸ਼ਾਅੱਲਾ ਜੀ ਬਈ ਇੱਕ ਬਹੁਤ ਅੱਛਾ ਐਕਸਚੇਂਜ ਹੈ। ਖੁਆਇਸ਼ ਸੀ ਜੀ ਡਾਲੇ ਦੀ ਕਿ ਡਾਲਾ ਲਵਾਂਗੇ, ਕਿਉਂਕਿ ਦੇਖੀ ਤਾਂ ਸੀ ਨਾ, ਤੇ ਇਹ ਸੀ ਕਿ ਡਾਲਾ ਲਵਾਂਗੇ ਇਨਸ਼ਾਅੱਲਾ। ਅਸੀਂ ਇਹਨੂੰ ਆਪਣੇ ਕੰਮ 'ਚ ਪਾਵਾਂਗੇ ਕਿ ਯਾਰ ਅੱਗੇ ਡਾਲਾ ਹੋਵੇ, ਪਿੱਛੇ ਗੱਡੀ ਹੋਵੇ, ਠੀਕ ਆ। ਤੇ ਅਸੀਂ ਕੋਈ ਗਲਤ ਯੂਜ਼ ਨਹੀਂ ਕਰ ਰਹੇ ਡਾਲੇ ਦਾ, ਕੋਈ ਪ੍ਰੋਟੋਕੋਲ ਨਹੀਂ ਹੈ ਇਹ, ਇੱਕ ਸਿਰਫ ਸ਼ੌਕ ਆ। ਮੈਂ ਤਾਂ ਸਗੋਂ ਆ ਜਿਹੜੇ ਪ੍ਰੋਟੋਕੋਲ ਲਈ ਫਿਰਦੇ ਨਾ ਵੱਡੇ ਵੱਡੇ ਗੱਡੀਆਂ ਗੰਨਾਂ ਤੇ ਬੰਦੇ ਭਾਏ ਆ, ਮੈਂ ਤਾਂ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਇਹ ਦੇਖੋ, ਤੁਸੀਂ ਆਪਣੇ ਆਪ ਨੂੰ ਪਤਾ ਨਹੀਂ ਕਿੱਡਾ ਫਖਰ ਮਹਿਸੂਸ ਕਰਦੇ ਆ ਵੀ ਮੇਰੇ ਕੋਲ ਡਾਲਾ, ਮੈਂ ਤੇ ਪ੍ਰੋਟੋਕੋਲ, ਉਹ ਮੈਂ ਡਾਲਾ ਵਾਜੇ 'ਚ ਪਾਇਆ। ਬਿਲਕੁਲ ਹੈ ਐਡਾ ਤੁਸੀਂ ਪ੍ਰੋਟੋਕੋਲ ਲੈ ਕੇ ਫਿਰਨ ਡਏ ਆ, ਉਹ ਮੈਂ ਤਾਂ ਡਾਲਾ ਵਾਜੇ 'ਚ ਪਾਇਆ।
ਤੁਹਾਡਾ ਕਾਹਦਾ ਪ੍ਰੋਟੋਕੋਲ ਆ? ਪ੍ਰੋਟੋਕੋਲ ਬਾਈ ਇਹ ਨਹੀਂ ਹੁੰਦਾ, ਪ੍ਰੋਟੋਕੋਲ ਇਹ ਹੁੰਦਾ ਤੁਹਾਨੂੰ ਪਿੱਛੇ 100 ਬੰਦਾ ਦੁਆ ਦੇਣ ਵਾਲਾ ਖੜਾ ਦਵਾ ਦੇਣਾ ਅਸਲ ਚੀਜ਼ ਆ ਵਾ, ਤੁਹਾਡੀ ਠੀਕ ਹੈ ਨਾ ਫੈਨ ਭਾਈ ਫਾਲੋਇੰਗ ਜਾਨ? ਹੋਵੇ, ਤੁਸੀਂ ਲੋਕਾਂ ਦੇ ਦਿਲਾਂ ਦੇ ਰਾਜ ਭਾਈ ਕਰੋ। ਇਹ ਤੁਸੀਂ ਮਤਲਬ ਕਹਿ ਲਓ ਕਿ ਆਪਣੀ ਸ਼ੋਹਰਤ ਦੇ ਸਿਰ ਤੇ, ਆਪਣੇ ਮਤਲਬ ਤਾਕਤ ਦੇ ਸਿਰ ਤੇ ਜੋ ਮਰਜ਼ੀ ਕਰੀ ਜਾਓ, ਲੇਕਿਨ ਮਜ਼ਾ ਭਾਈ ਜਾਨ ਉਸ ਸ਼ੋਹਰਤ ਦਾ ਵਾ ਕਿ ਤੁਹਾਨੂੰ ਅਗਰ ਪਿੱਛੇ 100 ਬੰਦਾ ਖੜਾ, 100 ਬੰਦਾ ਤੁਹਾਨੂੰ ਦੁਆ ਦੇਣ ਵਾਲਾ ਖੜਾ ਵਾ। ਅੱਛਾ ਖੁਰਮ ਭਾਈ, ਪਾਕਿਸਤਾਨ ਦੇ ਕਿਹੜੇ ਰੀਜਨ ਵਿੱਚ, ਕਿਹੜੇ ਸ਼ਹਿਰ ਵਿੱਚ ਤੁਹਾਡੇ ਸਭ ਤੋਂ ਜ਼ਿਆਦਾ ਹੁਣ ਤੱਕ ਕਸਟਮਰ? ਮੰਡੀ ਬਹਾਵਲ ਦੀ। ਮੰਡੀ ਬਹਾਵਲ ਦੀ ਜੀ। ਸਭ ਤੋਂ ਜ਼ਿਆਦਾ ਤੁਹਾਡੀ ਸ਼ੋਹਰਤ ਕਿਹੜੇ ਸ਼ਹਿਰ 'ਚ ਹੈ? ਯਾਨੀ ਕਿਤੇ ਵੀ ਜਾਓ ਬੰਦੇ ਕਹਿ ਲਓ ਜੀ ਖੁਰਮ ਭਾਈ ਆ ਗਏ ਨੇ। ਭਾਈ ਜਾਨ ਪਹਿਲੇ ਤਾਂ ਕਾਫੀ ਲੋਕ ਪਿਆਰ ਦਿੰਦੇ, ਜਦੋਂ ਨਿਕਲੀ ਦਾ ਨਾ ਮਾਸ਼ਾਅੱਲਾ ਖੁਸ਼ੀ ਹੁੰਦੀ ਭਰਾ ਦੇਖ ਕੇ, ਕਹਿੰਦੇ ਯਾਰ ਅੰਸਾਰੀ ਬੈਂਡ ਜਾ ਰਿਹਾ। ਲੇਕਿਨ ਅਗਰ ਆਪਾਂ ਇਸ ਕੰਮ 'ਚ ਆ ਜਾਈਏ ਭਾਈ ਜਾਨ, ਮੇਰਾ ਜ਼ਿਆਦਾ ਜਿਹੜਾ ਕੰਮ ਆ ਨਾ ਭਾਈ ਜਾਨ, ਲਾਹੌਰ, ਉਸ ਤੋਂ ਬਾਅਦ ਮੰਡੀ ਬਹਾਵਲ, ਸਿਆਲਕੋਟ, ਗੁਜਰਾਂਵਾਲਾ, ਗੁਜਰਾਤ, ਮੇਰਾ ਇਸ ਪੱਟੀ ਦਾ ਕੰਮ ਆ। ਤੁਸੀਂ ਅਗਰ ਮਤਲਬ ਦੇਖੋਗੇ ਨਾ, ਨੋਟ ਵੀ ਕਰੋਗੇ, ਸੋਸ਼ਲ ਉੱਪਰ ਜ਼ਿਆਦਾ ਵੀਡੀਓ ਭਾਈ ਇਹਨਾਂ ਸ਼ਹਿਰ ਨਹੀਂ ਆ, ਕਿਉਂਕਿ ਭਾਈ ਮੇਰਾ 100% ਕੰਮ ਓਵਰਸੀਜ਼ ਪਾਕਿਸਤਾਨੀ ਦੇ ਨਾਲ ਆ। ਓਵਰਸੀਜ਼ ਪਾਕਿਸਤਾਨ? ਹਾਂਜੀ, ਮੈਨੂੰ ਬੁਕਿੰਗ ਹੁੰਦੀ ਹੈ ਭਾਈ ਬਾਹਰੋਂ। ਤੁਸੀਂ ਅੰਦਾਜ਼ਨ ਕਿੰਨਾ ਚਾਰਜ ਕਰਦੇ ਹੋ ਬੁਕਿੰਗ ਦਾ? ਚਾਰਜ ਭਾਈ ਜਾਨ ਸਿਟੀ ਦਾ ਹਿਸਾਬ ਹੁੰਦਾ ਵਾ, ਇਲਾਕੇ ਦਾ ਹਿਸਾਬ ਹੁੰਦਾ ਵਾ, ਉਸ ਤੋਂ ਬਾਅਦ ਟੀਮਾਂ ਦਾ ਹਿਸਾਬ ਹੁੰਦਾ। ਮੇਰੇ ਮਾਸ਼ਾਅੱਲਾ ਹੈ ਨੇ 6 ਗਰੁੱਪ ਭਾਈ ਜਾਨ। ਅੱਛਾ, ਤੁਹਾਡੇ ਇਸ ਟਾਈਮ ਕਿੰਨੇ ਬੰਦੇ ਕੰਮ ਕਰ ਰਹੇ ਤੁਹਾਡੇ? ਮੇਰੇ ਕੋਲ ਭਾਈ ਜਾਨ ਕੋਈ ਮਾਸ਼ਾਅੱਲਾ ਕੋਈ 60 ਕੁ ਬੰਦੇ ਕੰਮ ਕਰਦੇ 60 ਬੰਦੇ? ਹਾਂਜੀ। ਉਹ ਸਾਰੇ 60 ਐਜੂਕੇਟਡ ਤੋਂ 70 ਨਹੀਂ, ਐਜੂਕੇਟਡ ਨਹੀਂ ਆਪਾਂ ਕਹਿ ਸਕਦੇ ਬਾਈ। ਤੁਹਾਨੂੰ ਪਤਾ ਅਸੀਂ ਵਿੱਚੇ ਹੀ, ਮੈਂ ਵੀ ਯਾਰ ਮੈਂ ਕਿਸੇ ਨੂੰ ਕਿਉਂ ਕਹਾਂ, ਵਿੱਚੇ ਹੀ ਮੈਂ ਵੀ, ਅਸੀਂ ਹੈਗੇ ਮਿਡਲ ਕਲਾਸ ਲੋਕ। ਜੀ ਜੀ, ਠੀਕ ਹੋ ਗਿਆ। ਤੇ ਇਹ ਮੇਰੇ ਕੋਲ ਜਿਹੜੇ ਜਿੰਨੇ ਵੀ ਬੰਦੇ ਕੰਮ ਕਰਦੇ ਨੇ, ਮਤਲਬ ਉਹਨਾਂ ਨੂੰ ਸਭ ਤੋਂ ਪਹਿਲੇ ਮੈਂ ਆਪਣੇ ਕੋਲ ਲਿਆ ਕੇ ਸਭ ਤੋਂ ਪਹਿਲੇ ਇਹ ਚੀਜ਼ਾਂ ਦੱਸੀਆਂ ਕਿ ਭਾਈ ਜਾਨ ਜਾਣਾ ਕਿੱਦਾਂ, ਵਰਦੀ ਪਾਣੀ ਕਿੱਦਾਂ। ਆਹ ਤੁਸੀਂ ਮੇਰਾ ਗਰੁੱਪ ਦੀ ਕੋਈ ਵੀਡੀਓ ਕੱਢ ਕੇ ਦੇਖ ਲਓ, ਤੁਹਾਨੂੰ ਕਿਸੇ ਬੰਦੇ ਦੇ ਪੁੰਨ ਨਹੀਂ ਦਿਖੂਗੀ, ਕਾਂਟਾ ਨਹੀਂ ਦਿਖੂਗਾ, ਖੱਤ ਦੂਆ ਨਹੀਂ ਦਿਖੂਗਾ, ਮਤਲਬ ਐਵੇਂ ਉਹ ਬਣਾਈ ਇਹ ਇੱਕ ਚੀਜ਼ ਨਹੀਂ ਹੈ। ਸਫਾਈ ਸੁਥਰਾਈ ਤੁਹਾਨੂੰ ਦਿਖੇਗੀ। ਇਹ ਸਾਰੀਆਂ ਭਾਈਜਾਨ ਕਲਾਸਾਂ ਸਭ ਤੋਂ ਪਹਿਲੇ ਅਸੀਂ ਭਰਾਵਾਂ ਨੇ ਦਿੱਤੀਆਂ ਬੰਦਿਆਂ ਨੂੰ, ਕਿਉਂਕਿ ਭਾਈਜਾਨ ਅਸੀਂ ਸੋਚਿਆ ਸੀ ਨਾ ਅਸੀਂ ਕੰਮ ਹੋਣਾ ਕਿੱਦਾਂ ਚਾਹੀਦਾ ਵਾ, ਯੂਨੀਫਾਰਮ ਪਾਣੀ ਕਿੱਦਾਂ ਚਾਹੀਦੀ ਹੈ, ਉਹ ਸਾਰਾ ਅਸੀਂ ਚੇਂਜ ਕੀਤਾ ਹੈ। ਅੱਛਾ ਖੁਰਮ ਭਾਈ, ਅਗਰ ਕੋਈ ਨਵਾਂ ਬੰਦਾ ਤੁਹਾਡੀ ਟੀਮ ਨੂੰ ਜੁਆਇਨ ਕਰਨਾ ਚਾਹੇ, ਜੀ। ਉਹ ਕਿਸ ਤਰ੍ਹਾਂ ਕਰ ਸਕਦਾ? ਭਾਈਜਾਨ ਸਭ ਤੋਂ ਪਹਿਲੇ ਮੈਂ ਇਹ ਦੇਖਦਾ ਵਾਂ ਕਿ ਜਦੋਂ ਮੇਰੀ ਟੀਮ ਦੇ ਵਿੱਚ ਵੈਕੈਂਸੀ ਆਣੀ ਆ, ਜੀ, ਫਿਰ ਬੰਦੇ ਨਵੇਂ ਨੇ ਆਉਣਾ। ਤੇ ਨਵਾਂ ਬੰਦਾ ਮੈਂ ਜਦੋਂ ਰੱਖਣਾ ਹੁੰਦਾ ਵਾ, ਮੈਂ ਪਹਿਲੇ ਵੀਡੀਓ ਵੀ ਲਗਾਉਣਾ ਵਾ। ਤੇ ਬੰਦਾ ਭਾਈਜਾਨ ਫੋਨ ਤਾਂ ਬੜੇ ਭਰਾਵਾਂ ਦੇ ਆਉਂਦੇ ਆ, ਬਾਹਰੋਂ ਸ਼ਹਿਰੋਂ ਬੜੇ ਆਉਂਦੇ ਆ, ਇੱਧਰੋਂ ਉੱਧਰੋਂ ਆਉਂਦੇ ਆ, ਲੇਕਿਨ ਬੰਦਾ ਭਾਈਜਾਨ ਮੈਂ ਆਪਣੇ ਫੈਸਲਾਬਾਦ ਰੱਖਦਾ। ਫੈਸਲਾਬਾਦ? ਕਿਉਂਕਿ ਮੇਰੇ ਜਿਹੜਾ ਲੇਬਰ ਦਾ ਬੰਦਾ, ਉਹਨੂੰ ਰਾਤ ਨੂੰ ਲੇਟ ਜਾਣ ਲੱਗੇ ਪਰੇਸ਼ਾਨੀ ਨਾ ਹੋਵੇ, ਤੇ ਸਵੇਰ ਨੂੰ ਟਾਈਮ ਨਾਲ ਆਉਣ ਲੱਗੇ ਪਰੇਸ਼ਾਨੀ ਨਾ ਹੋਵੇ। ਕਿਉਂਕਿ ਮੇਰਾ ਮਾਸ਼ਾਅੱਲਾ ਕੰਮ ਇਸ ਤਰ੍ਹਾਂ ਦਾ, ਮੈਂ ਮੰਡੀ ਬਹਾਵਲਦੀਨ, ਸਿਆਲਕੋਟ, ਇਸਲਾਮਾਬਾਦ, ਕਿਉਂਕਿ ਸਵੇਰ ਟਾਈਮ ਨਾਲ ਨਿਕਲਣਾ ਹੁੰਦਾ ਵਾ। ਬਾਹਰ ਦਾ ਬੰਦਾ ਫਿਰ ਮੈਂ ਇਸ ਲਈ ਨਹੀਂ ਰੱਖਦਾ ਹੈ। ਤੇ ਬਾਕੀ ਅਲਹਮਦੁਲਿਲਾ ਜਿਹੜੇ ਲੇਬਰ ਦੇ ਬੰਦੇ ਮੇਰੇ ਕੋਲ ਕੰਮ ਕਰਦੇ ਆ, ਜਿਹੜੀ ਇਹ ਫੀਲਡ ਆ, ਉਹਨਾਂ ਦੀ ਖੁਆਇਸ਼ ਹੈ ਕਿ ਅੰਸਾਰੀ ਬੈਂਡ ਤੇ ਕੰਮ ਕਰੀਏ। ਕਿਉਂ? ਉਹ ਇਸ ਲਈ ਕਿ ਮਾਸ਼ਾਅੱਲਾ ਉਹਨਾਂ ਦੀ ਸੋਚ ਤੋਂ ਅੱਛਾ ਰਿਜ਼ਕ ਉਹਨਾਂ ਨੂੰ ਇੱਥੋਂ ਲੱਭਦਾ। ਅੱਛਾ, ਤਾਂ ਕੋਈ ਸਵਾਲ ਪੁੱਛਣਾ ਵਾ ਜੀ। ਇਸ ਟਾਈਮ ਫੈਸਲਾਬਾਦ ਬਹੁਤ ਸਾਰੇ ਬੈਂਡ ਵੀ ਹੈ। ਜੀ। ਤੁਹਾਨੂੰ ਹੁਣ ਤੱਕ ਕਿਸੇ ਬੈਂਡ ਤੁਹਾਡੀ ਮੁਖਾਲਫਤ ਕੀਤੀ ਹੋਵੇ, ਉਹ ਕਿਹੜਾ ਵਾ? ਤੇ ਕਿਹੜਾ ਐਸਾ ਬੈਂਡ ਆ ਜਿਹਨੇ ਤੁਹਾਨੂੰ ਸਪੋਰਟ ਵੀ ਕੀਤਾ ਹੋਵੇ ਕਿ ਨਹੀਂ ਯਾਰ ਸ਼ਾਬਾਸ਼ ਤੂੰ ਅੱਛਾ ਕੰਮ ਕਰ ਰਿਹਾ? ਭਾਈਜਾਨ ਮੁਖਾਲਫਤ ਇਸ ਟਾਈਮ ਸਾਡੀ ਮੁਖਾਲਫਤ ਹੀ ਚੱਲਣ ਰਹੀ ਆ। ਅੱਛਾ ਜੀ। ਅਸੀਂ ਤਾਂ ਲੋਕਾਂ ਦਾ ਜਦੋਂ ਅੱਜ ਤੋਂ 7-8 ਸਾਲ ਪਹਿਲੇ ਸੀ ਨਾ, ਜਿਹੜੇ ਮਤਲਬ ਥੋੜ੍ਹਾ ਅੱਛਾ ਕੰਮ ਕਰਦੇ ਸੀ, ਅਸੀਂ ਤਾਂ ਇਹਨਾਂ ਹੱਥਾਂ ਨਾਲ ਤਾੜੀਆਂ ਮਾਰੀਆਂ ਸੀ ਕਿ ਯਾਰ ਬਹੁਤ ਅੱਛੇ, ਯਾਰ ਬੜਾ ਅੱਛਾ ਕੰਮ ਕਰ ਰਹੇ ਹੋ। ਲੇਕਿਨ ਅੱਜ ਅਸੀਂ ਉੱਪਰ ਆਏ ਹਾਂ, ਠੀਕ ਹੈ, ਅੱਜ ਸਾਡੀਆਂ ਲੋਕ ਲੱਤਾਂ ਖਿੱਚਣ ਡਏ ਆ। ਅੱਛਾ ਜੀ। ਕਿਉਂਕਿ 80% ਸਾਡੀ ਮੁਖਾਲਫਤ ਲੋਕ ਕਰਨ ਡਏ ਆ, 20% ਉਹ ਬੰਦੇ ਸਾਨੂੰ ਬੈਂਡ ਵਾਲੇ ਐਪਰੀਸ਼ੀਏਟ ਕਰਨ ਡਏ ਆ, ਜਿਹੜੇ ਵਿਚਾਰੇ ਇੱਕ ਸਿਰਫ ਆਪਣੇ ਜੋਗਾ ਕੰਮ ਕਰ ਰਹੇ ਆ, ਲੇਕਿਨ ਸਾਨੂੰ ਦੇਖ ਕੇ ਖੁਸ਼ ਹੁੰਦੇ ਆ। ਸਹੀ। ਹੁਣ ਤੱਕ ਤੁਸੀਂ ਕਿੰਨੇ ਪ੍ਰੋਗਰਾਮ ਕਰ ਚੁੱਕੇ ਹੋ? ਬਈ ਕੋਈ ਆਈਡੀਆ ਨਹੀਂ ਹੈ, ਕੋਈ ਸਾਲ ਦੇ ਵਿੱਚ, ਇੱਕ ਸੀਜ਼ਨ ਦੇ ਵਿੱਚ ਕੋਈ ਮਤਲਬ 100+ ਇਵੈਂਟ ਹੋ ਜਾਂਦੇ ਸਾਡੇ। ਅੱਛਾ, ਜਿਹੜਾ ਪਹਿਲਾ ਤੁਹਾਨੂੰ ਪ੍ਰੋਗਰਾਮ ਮਿਲਿਆ ਸੀ, ਜੀ, ਪਹਿਲਾ ਆਰਡਰ ਆਇਆ ਸੀ, ਉਹ ਟਿਕਟਕ ਥਰੂ ਆਇਆ ਸੀ ਜਾਂ ਰੈਫਰੈਂਸ ਥਰੂ ਆਇਆ ਸੀ ਜਾਂ ਸੋਸ਼ਲ ਤੋਂ? ਸੋਸ਼ਲ। ਹਾਂਜੀ। ਸ਼ੁਰੂ ਵਿੱਚ ਤੁਹਾਡੀ ਟੀਮ ਕਿੰਨੀ ਸੀ? ਸਭ ਤੋਂ ਪਹਿਲੇ ਭਾਜੀ ਗਰੁੱਪ ਜਾਂਦਾ ਸੀ 10 ਤੋਂ 11 ਲੋਕਾਂ ਦਾ। ਅੱਛਾ, ਠੀਕ ਹੋ ਗਿਆ। ਉਸ ਤੋਂ ਬਾਅਦ ਕਰਦੇ ਕਰਾਂਦੇ ਆ, ਫਿਰ ਅਸੀਂ ਗਰੁੱਪ ਅੱਛਾ ਕਰਦੇ ਆ, ਅਸੀਂ ਲੈ ਆਏ ਆ ਇਸ ਟਾਈਮ 16 ਲੋਕਾਂ ਦੇ ਉੱਪਰ। ਹੁਣ ਇਸ ਟਾਈਮ ਜਿਹੜੀ ਮੇਰੀ ਟੀਮ ਜਾਂਦੀ ਭਾਈ ਜਾਨ, 16 ਲੋਕਾਂ ਦਾ ਪ੍ਰੋਪਰ ਗਰੁੱਪ ਜਾਂਦਾ। ਅੱਛਾ, ਅੱਜ ਕੱਲ੍ਹ ਤਾਂ ਮਾਸ਼ਾਅੱਲਾ ਸੀਜ਼ਨ ਆ। ਜੀ। ਤੁਹਾਨੂੰ ਜ਼ਿਆਦਾਤਰ ਨਵੇਂ ਆਰਡਰ ਕਿੱਥੋਂ ਲੱਭਦੇ ਨੇ? ਬਈ ਮੇਰੀਆਂ ਜ਼ਿਆਦਾ ਮਾਸ਼ਾਅੱਲਾ ਪੁਰਾਣੀਆਂ ਪਾਰਟੀਆਂ ਲੱਗੀਆਂ ਵਾ, ਕਿਉਂਕਿ ਜਿੰਨੇ ਮਾਸ਼ਾਅੱਲਾ ਬਾਹਰ ਬੰਦੇ ਬੈਠੇ ਆ ਨਾ, ਕਿਉਂਕਿ ਉਹ ਰੱਖਦੇ 3-3 4-4 ਮਹੀਨੇ ਪਹਿਲੇ ਦਿਨ। ਨਵੀਂ ਪਾਰਟੀ ਭਾਈ ਜਾਨ ਮੇਰੇ ਕੋਲ ਬਹੁਤ ਘੱਟ ਆਉਂਦੀ ਆ, ਤੇ ਇਹ ਨਹੀਂ ਕਿ ਨਹੀਂ ਆਉਂਦੇ ਵੀ ਹੈ ਵਾ, ਲੇਕਿਨ ਭਾਈ ਮੈਂ ਕਿੰਨੇ ਪੇਮੈਂਟ ਕਰ ਲੂੰਗਾ। ਅੱਛਾ, ਅਗਰ ਕੋਈ ਬੰਦਾ ਕਹਿੰਦਾ ਜੇ ਅਸੀਂ ਅੰਸਾਰੀ ਬੈਂਡ ਨੂੰ ਬੁਲਾਉਣਾ ਵਾ, ਜੀ, ਉਹਨੂੰ ਕਿੰਨੇ ਕੁ ਬਜਟ ਰੱਖਣਾ ਚਾਹੀਦਾ? ਬਜਟ ਭਾਈਜਾਨ ਜਿਹੜੀ ਨਵੀਂ ਪਾਰਟੀ ਹੁੰਦੀ ਹੈ ਨਾ ਭਾਈਜਾਨ, ਉਹਦੇ ਵਾਸਤੇ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ ਵਾ। ਪੁਰਾਣੀਆਂ ਪਾਰਟੀ ਨੂੰ ਭਾਈਜਾਨ ਪਤਾ ਸਾਡਾ ਕਿ ਅਸੀਂ, ਕਿਉਂਕਿ ਭਾਈਜਾਨ ਮੇਰੀ ਪ੍ਰੋਪਰ ਫੀਸ ਜਿਹੜੀ ਹਰ ਸਿਟੀ ਦੇ ਹਿਸਾਬ ਦੇ ਨਾਲ ਆ।
ਸ਼ਹਿਰ ਦੇ ਹਿਸਾਬ ਦੇ ਨਾਲ, ਇਲਾਕੇ ਦੇ ਹਿਸਾਬ ਦੇ ਨਾਲ, ਸ਼ਿਫਟਾਂ ਦਾ ਹਿਸਾਬ ਹੁੰਦਾ। ਦੇਖੋ ਨਾ, ਮੈਂ ਕਿਵੇਂ ਕਰਨਾ ਫੈਸਲਾਬਾਦ ਦੇ ਵਿੱਚ, ਉਹਨੂੰ ਮੇਰੀ ਉਸ ਸ਼ਹਿਰ ਦੀ ਫੈਸਲਾਬਾਦ ਦੀ ਸ਼ਿਫਟ ਘੱਟ ਪੈਣੀ ਆ। ਅਸੀਂ ਹੁਣ ਮੈਂ ਚਲਾ ਗਿਆ ਇਸਲਾਮਾਬਾਦ, ਚਲਾ ਗਿਆ ਸਿਆਲਕੋਟ, ਚਲਾ ਗਿਆ, ਭਾਈਜਾਨ ਮੇਰੀ ਸ਼ਿਫਟ ਡਬਲ ਹੋ ਗਈ, ਟ੍ਰਿਪਲ ਹੋ ਗਈ। ਅਤੇ ਭਾਈਜਾਨ ਮੈਂ ਜੋ ਸਿਆਲਕੋਟ ਚੱਲ ਜਾਵਾਂ, ਮੇਰੇ ਕਾਰੀਗਰ ਨੂੰ ਰੁਪਈਆ 5 ਤੋਂ 7 ਹਜ਼ਾਰ ਜੇਬ 'ਚ ਨਾ ਆਵੇ, ਮੈਨੂੰ ਕੋਈ ਫਾਇਦਾ ਨਹੀਂ ਇੰਨਾ ਅੱਛਾ ਕੰਮ ਕਰਨ ਦਾ। ਅੱਛਾ, ਯਾਨੀ ਕਿ ਤੁਹਾਡਾ ਜਿਹੜਾ ਬਜਟ ਹੈ ਕਿਸੇ ਬੰਦੇ ਹਾਇਰਿੰਗ ਤੁਹਾਨੂੰ ਬੁਲਾਉਣਾ ਹੋਵੇ ਜੀ ਉਹ ਸਿਟੀ ਤੇ ਡਿਪੈਂਡ ਕਰਦਾ ਕਿਹੜੇ ਸ਼ਹਿਰ 'ਚ। ਹਾਂਜੀ, ਮਸਲਨ ਕਿਉਂਕਿ ਬਹੁਤ ਸਾਰੇ ਬੰਦੇ ਹੋਣੇ ਆ, ਉਹਨਾਂ ਦੀ ਸੋਚ ਹੋਣੀ ਕਿ ਨਹੀਂ ਯਾਰ ਅਸੀਂ ਅੰਸਾਰੀ ਬੈਂਡ ਨੂੰ ਬੁਲਾਈਏ, ਤੁਹਾਡੇ ਫਾਲੋਅਰਸ ਹੀ ਹੋਣੇ ਆ। ਹਾਂਜੀ ਬਿਲਕੁਲ। ਅਗਰ ਕੋਈ ਫੈਸਲਾਬਾਦ ਨੂੰ ਬੁਲਾਉਣਾ ਚਾਹੁੰਦਾ, ਜੀ ਉਹਨੂੰ ਥੋੜਾ ਆਈਡੀਆ ਦੱਸ ਦਿਓ ਯਾਰ ਆਹ ਸਾਡੇ ਲਵਾਜ਼ਮਾਤ ਦਾ ਕਮ ਅਜ਼ ਕਮ ਇੰਨਾ ਕੁ ਬਜਟ ਰੱਖੂੰਗਾ ਫਿਰ ਅਸੀਂ ਆ ਸਕਦੇ ਹਾਂ, ਕਿਉਂਕਿ ਤੁਹਾਡੀ ਇੱਕ ਪ੍ਰੋਪਰ ਟੀਮ ਵੀ, ਐਕਸਪੈਂਸਿਸ ਵੀ ਹੈ। ਕੀ ਫਾਇਦਾ ਤੁਸੀਂ ਗਏ ਤੁਹਾਡੇ ਐਕਸਪੈਂਸਿਸ ਪੂਰੇ ਨਾ ਹੋਣ। ਹਾਂਜੀ, ਥੋੜਾ ਆਈਡੀਆ ਦੱਸ ਦਿਓ ਆਵਾਮ ਨੂੰ ਜਿਹੜਾ ਤੁਹਾਨੂੰ ਬੁਲਾਉਣਾ ਚਾਹੁੰਦਾ ਹੈ ਫੈਸਲਾਬਾਦ ਤੋਂ, ਉਹ ਕਿੰਨਾ ਆਪਣੀ ਜੇਬ ਗਰਮ ਕਰੇ। ਭਾਈਜਾਨ ਫੈਸਲਾਬਾਦ ਦੇ ਮਤਲਬ ਬਹੁਤ ਘੱਟ ਲੋਕ ਪੈਸੇ ਭਰਦੇ, ਕਿਉਂਕਿ ਫੈਸਲਾਬਾਦ ਦੇ ਸਾਡੇ ਲੋਕਾਂ ਦੇ ਮਾਈਂਡ ਦੇ ਵਿੱਚ ਇਹ ਚੀਜ਼ ਜ਼ਿਹਨ 'ਚ ਬੈਠੀ ਹੋਈ ਆ ਕਿ ਵਾਜਿਆਂ ਵਾਲੇ ਯਾਰ ਕੋਈ ਨਹੀਂ 5-7 ਹਜ਼ਾਰ ਲੈਣਗੇ, 10 ਹਜ਼ਾਰ ਆ ਜਾਣਗੇ। ਕਿਉਂਕਿ ਬਈ ਇੱਥੇ ਕਨਸੈਪਟ ਨਹੀਂ ਹੈ, ਇੱਥੇ ਪੈਸੇ ਲੋਕ ਨਹੀਂ ਭਰਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਜੱਦੀ ਪੁਸ਼ਤੀ ਕੰਮ ਚੱਲਦਾ ਹੁੰਦਾ ਆ ਰਿਹਾ, ਮੁੰਡੇ ਦਾ ਵਿਆਹ ਰੱਖਿਆ, ਉਹ ਯਾਰ ਹਾਂ ਫਲਾਂ ਨੂੰ ਬੈਂਡ ਦਾ ਉਹ ਆਪੇ ਉਹਨੇ ਆ ਜਾਣਾ, ਠੀਕ ਹੈ ਨਾ। ਅਤੇ ਉਹ ਇਸ ਵਜ੍ਹਾ ਤੋਂ ਫਿਰ ਇੱਥੇ ਸਾਨੂੰ ਬੜੀ ਮੁਸ਼ਕਿਲ ਹੁੰਦੀ ਆ। ਹੁਣ ਮਾਸ਼ਾਅੱਲਾ ਜਦੋਂ ਦੇ 3 ਸਾਲ ਤੋਂ ਆਏ ਨਾ, ਅਤੇ ਹੁਣ ਬੜੇ ਭਰਾ ਮਾਸ਼ਾਅੱਲਾ ਇਵੈਂਟਾਂ ਦੇ ਉੱਪਰ ਬੁਲਾਉਂਦੇ ਆ, ਅਤੇ ਜਾਈਦਾ ਵੀ ਇਵੈਂਟ ਦੇ ਉੱਪਰ। ਅੱਛਾ, ਯਾਨੀ ਕਿ ਤੁਸੀਂ ਕਹਿਣ ਦਾ ਮਕਸਦ ਤੁਹਾਨੂੰ ਫੈਸਲਾਬਾਦ ਹੀ ਬੰਦਾ ਅਫੋਰਡ ਨਹੀਂ ਕਰ ਸਕਦਾ। ਨਹੀਂ ਕਰਦੇ ਆ, ਬੜੇ ਭਰਾ ਕਰਦੇ ਆ, ਨਿਊ ਜਨਰੇਸ਼ਨ ਕਰਦੀ ਆ ਸਾਨੂੰ। ਅੱਛਾ, ਅਗਰ ਫਰਜ਼ ਕਰੋ ਕਿ ਬੰਦਾ ਐਸਾ ਵਾ ਜਿਹੜਾ ਕਹਿੰਦਾ ਜਿਹੜੀ ਖਾਸ਼ ਹੈ ਕਿ ਮੈਂ ਅੰਸਾਰੀ ਬ੍ਰਾਂਡ ਬਣਾਉਣਾ ਚਾਹੁੰਦਾ ਜੀ, ਲੇਕਿਨ ਉਹ ਕੋਲ ਬਜਟ ਨਹੀਂ ਹੈ। ਨਹੀਂ ਮੈਂ ਲਾਏ ਭਾਈ 2 ਇਵੈਂਟ ਲਾਏ ਮੈਂ। ਤੁਸੀਂ ਲਾਏ ਆ? ਮੈਂ 2 ਅਲਹਮਦੁਲਿਲਾ ਇਵੈਂਟ ਲਾਇਆ। ਮੈਨੂੰ ਭਰਾ ਨੇ ਕਹਿੰਦੇ ਕਮੈਂਟ ਕੀਤਾ ਸੀ, ਨਾ ਮੈਂ ਲੈਣਾ ਨਹੀਂ ਚਾਹੁੰਦਾ, ਕਿਉਂਕਿ ਇੱਦਾਂ ਉਸ ਬੰਦੇ ਦੇ ਦਿਲ ਵਿੱਚ ਇਹ ਗੱਲ ਨਾ ਹੋਵੇ ਕਿ ਇਸ ਬੰਦੇ ਨੇ ਮੇਰਾ ਆ ਕੇ ਭਾਈ ਨਿਆਣ ਲਾਇਆ ਤਾਂ ਅਤੇ ਮਤਲਬ ਮੈਨੂੰ ਡਿਸਕ੍ਰੇਡ ਕੀਤਾ। ਮੈਨੂੰ ਇੱਕ ਭਰਾ ਨੇ ਮੈਸੇਜ ਕੀਤਾ, ਉਹਨੇ ਕਿਹਾ ਭਾਈ ਯਾਰ ਮੈਂ ਤੁਹਾਡਾ ਬੜਾ ਵੱਡਾ ਫੈਨ ਆ, ਜ਼ਿੰਦਗੀ ਦੀ ਇੱਕ ਖੁਆਇਸ਼ ਸੀ ਕਿ ਮੈਂ ਆਪਣੀ ਸ਼ਾਦੀ ਦੇ ਉੱਪਰ ਤੁਹਾਨੂੰ ਬੁਲਾਵਾਂ, ਅਤੇ ਲੇਕਿਨ ਮੇਰਾ ਬਜਟ ਨਹੀਂ ਹੈ। ਮੈਂ ਉਹਨੂੰ ਫਿਰ ਕਿਹਾ ਭਰਾਵਾ ਮੈਨੂੰ ਸਿਰਫ ਗੱਡੀ ਦਾ ਕਿਰਾਇਆ ਦੇ ਦੇਂਗਾ। ਅੱਛਾ, ਉਹਨੇ ਕਿਹਾ ਭਾਈ ਉਹ ਤਾਂ ਮੈਂ ਹੱਸ ਕੇ ਦੇਵਾਂਗਾ। ਉਹਨੇ ਕਿਹਾ ਸ਼ਰਤ ਆ ਤੁਸੀਂ ਆਪ ਹੋਣਾ ਵਾ, ਅਤੇ ਮੈਂ ਅਲਹਮਦੁਲਿਲਾ ਇਵੈਂਟ ਲਾਇਆ ਭਰਾ ਦਾ। ਅੱਛਾ, ਇਹ ਤਾਂ ਮਾਸ਼ਾਅੱਲਾ ਬਹੁਤ ਅੱਛੀ ਗੱਲ ਹੈ। ਕੀ ਪਤਾ ਇਹੀ ਤੁਹਾਡੀ ਜਿਹੜੀ ਖੂਬਸੂਰਤ ਹੈ, ਇਹਦੀ ਵਜ੍ਹਾ ਅੱਲਾਹ ਤੁਹਾਨੂੰ ਇੱਕ ਮੁਕਾਮ ਦਿੱਤਾ। ਹਾਂਜੀ, ਇਹ ਚੀਜ਼ ਆ। ਅੱਛਾ, ਇੱਕ ਦਿਨ ਵਿੱਚ ਤੁਸੀਂ ਮੈਕਸਿਮਮ ਕਿੰਨੇ ਇਵੈਂਟ ਕੀਤੇ ਨੇ? ਇੱਕ ਦਿਨ ਦੇ ਵਿੱਚ ਭਾਈਜਾਨ ਮੇਰੀਆਂ ਮਾਸ਼ਾਅੱਲਾ 5 ਕੁ ਟੀਮਾਂ ਹੈ ਵਾ। ਮਤਲਬ ਜਿਹੜੀ ਇੱਕ ਟੀਮ ਆ ਨਾ ਭਾਈਜਾਨ, ਅਗਰ ਮੈਂ ਆਊਟ ਆਫ ਸਿਟੀ ਨੂੰ ਨਿਕਲ ਗਿਆ ਵਾਂ ਅਤੇ ਉਹ ਇੱਕ ਹੀ ਇਵੈਂਟ ਲੱਗਣਾ। ਫਰਜ਼ ਕਰੋ ਮੈਂ ਸਿਆਲਕੋਟ ਚਲਾ ਗਿਆ ਭਾਈਜਾਨ, ਤੁਹਾਨੂੰ ਪਤਾ ਪਹਿਲੇ ਤਾਂ 3-3.5 ਘੰਟੇ ਦਾ ਰਸਤਾ ਹੀ ਆ। ਅੱਛਾ, ਅਤੇ ਇੱਕ ਹੀ ਇਵੈਂਟ ਲੱਗਣਾ ਵਾ, ਇੱਕ ਪਾਰਟੀ ਨੇ ਭਾਈ ਇੱਕ ਇਵੈਂਟ ਲੱਗਣਾ। ਹਾਂ ਫੈਸਲਾਬਾਦ ਦੇ ਹੈ ਵਾ, ਉਹ ਫਿਰ ਇੱਕ ਸ਼ਿਫਟ ਦੇਣ ਦੀ ਲੱਗ ਜਾਂਦੀ ਹੈ ਲੜਕੇ ਦੀ, ਇੱਕ ਸ਼ਿਫਟ ਰਾਤ ਦੀ ਲੱਗ ਜਾਂਦੀ ਹੈ। ਅੱਛਾ, ਇਸ ਕੰਮ ਤੋਂ ਇਲਾਵਾ, ਬੁਕਿੰਗ ਤੋਂ ਇਲਾਵਾ ਤੁਹਾਡੀ ਹੋਰ ਆਮਦਨੀ ਕਿਹੜੀ ਜ਼ਰਾਇਤ ਹੈ? ਕਿਉਂਕਿ ਅੱਜ ਕੱਲ੍ਹ ਸੁਣਿਆ ਜਿਹੜੇ ਬੰਦੇ ਟਿਕਟਾਂ ਅਕਾਊਂਟ ਬਣਾਇਆ, ਅਕਸਰ ਬੰਦੇ ਇਹ ਸਮਝਦੇ ਪਤਾ ਜਿਹੜਾ ਵੀਗੋ ਡਾਲਾ। ਅੱਛਾ, ਸਭ ਤੋਂ ਪਹਿਲੇ ਆਵਾਮ ਨੂੰ ਇਹ ਦੱਸੋ ਵੀ ਜਿਹੜਾ ਵੀਗੋ ਡਾਲਾ ਹੈ, ਹਾਂਜੀ, ਇਹ ਟਿਕਟਾਕ ਦੀ ਅਰਨਿੰਗ ਤੋਂ ਤੁਸੀਂ ਲਿਆ ਵਾ ਜਾਂ ਆਪਣੀ ਬੈਂਡ ਦੀ ਅਰਨਿੰਗ ਤੋਂ ਲਿਆ? ਭਾਈਜਾਨ ਟਿਕਟੋਕ ਤੋਂ ਜਿਹੜੇ ਚਲਾਉਂਦੇ ਇਹਨਾਂ ਨੂੰ ਪਤਾ ਹੀ ਹੈ, ਟਿਕਟੋਕ ਤੋਂ ਕਿਹੜਾ ਕੁਛ ਹੁੰਦਾ। ਜੇ ਬੰਦੇ ਕਹਿੰਦੇ ਟਿਕਟਾਕ ਤੋਂ ਲੱਖਾਂ ਨਾ ਕਮਾਈਏ, ਝੂਠਾ ਬਾਈ, ਕਦੀ ਵੀ ਸਾਨੂੰ ਰੁਪਈਆ ਟਿਕਟੋਕ ਤੋਂ ਨਹੀਂ। ਹਾਂ ਅੱਛਾ, YouTube ਤੋਂ ਸਾਨੂੰ ਆਉਂਦੇ ਸੀ ਪੈਸੇ, ਅਤੇ ਅਲਹਮਦੁਲਿਲਾ ਤੋਂ ਹੁਣ ਵੀ ਆਉਂਦੇ ਆ। ਟਿਕਟੋਕ ਤੋਂ ਕਿਸੇ ਨੂੰ ਵੀ ਕੋਈ ਨਹੀਂ ਆਉਂਦਾ, ਸਾਡਾ ਕਿਹੜਾ ਅਕਾਊਂਟ ਬਾਈ ਮੋਨੋਟਾਈਜ਼ ਆ। ਅੱਛਾ, ਟਿਕਟੋਕ ਤੋਂ ਕੋਈ ਪੈਸਾ ਨਹੀਂ ਆਉਂਦਾ। ਆਹ ਡਾਲਾ ਡੂਲਾ ਦੋ ਲੋਕ ਤਾਂ ਦੇਖ ਕੇ ਕਹਿ ਦਿੰਦੇ ਨਾ ਕਿ ਡਾਲਾ ਲੈ ਲਿਆ, ਬਾਈ ਇਹਨਾਂ ਨੂੰ ਸਾਡੇ 10 ਸਾਲ ਦੀ ਸਟਰਗਲ ਨਹੀਂ ਦਿਖਣ ਡਈ। ਅੱਛਾ, ਜਿਹੜੀਆਂ ਜੁੱਤੀਆਂ ਘਰ ਘਸੀਆਂ ਪਈਆਂ ਨਾ ਬਾਈ, ਇਹਨਾਂ ਲੋਕਾਂ ਨੂੰ ਉਹ ਨਹੀਂ ਪਤਾ ਹੈ ਕਿ ਇਹਨਾਂ ਨੇ ਜੁੱਤੀਆਂ ਕਿੰਨੀਆਂ ਘਸਾਈਆਂ ਵਾ। ਅੱਛਾ, ਯਾਨੀ ਕਿ ਜਿਹੜਾ ਡਾਲਾ ਲਿਆ ਵਾ ਇਹ ਤੁਸੀਂ ਬੈਂਡ ਦੀ ਅਰਨਿੰਗ ਤੋਂ ਲਿਆ ਵਾ, ਇਹ ਟਿਕਟਾਕ ਦੇ 1% ਨਹੀਂ ਬਾਈਜਾਨ, ਅਸੀਂ ਜਿਹੜੀ ਆਪਣੀ ਮਿਹਨਤ ਕੀਤੀ ਆ, ਅਸੀਂ ਬਾਈਜਾਨ ਆ ਕੇ ਕੰਮ ਤੋਂ ਆ ਕੇ ਪੈਸੇ ਆ ਕੇ ਉਡਾ ਨਹੀਂ ਦੇਈਦੇ, ਉੱਥੇ ਚਲੇ ਗਏ ਜੂਆ ਖੇਲ ਲਿਆ, ਉਹ ਫਲਾਂ ਪਿੱਛੇ ਚਲੇ ਗਏ, ਸਾਡਾ ਇਹ ਕੰਮ ਨਹੀਂ ਹੈ। ਅਸੀਂ ਆਈਦਾ ਕੰਮ ਤੋਂ ਆ ਕੇ ਜਿਹੜੇ ਪੈਸੇ ਹੁੰਦੇ ਆਪਣੇ ਬਾਪ ਨੂੰ ਦੇਈਦੇ ਆ। ਅੱਛਾ, ਲੇਕਿਨ ਬਾਪ ਨੂੰ ਇਹ ਦੱਸਦਾ ਕਿ ਅੱਬੂ ਜੀ ਆਪਾਂ ਇਨਸ਼ਾਅੱਲਾ ਕੋਈ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਯਾਰ ਆਹ ਚੀਜ਼ ਲੈਣੀ ਆ, ਅਤੇ ਬਾਕੀ ਅਲਹਮਦੁਲਿਲਾ ਮਿਹਨਤ ਕਰਦੀ ਆ ਬਾਈ। ਮਿਹਨਤ ਕਰਨ ਵਾਲਾ ਬੰਦਾ ਹੋਵੇ ਬਾਈ, ਜਿਹੜੀ ਮਰਜ਼ੀ ਚੀਜ਼ ਲੈ ਲਓ। ਹੁਣ ਤਾਂ ਮੈਂ ਤੁਹਾਡੀ ਵੀਡੀਓ ਵੀ ਦੇਖੀ, ਤੁਸੀਂ ਮਾਸ਼ਾਅੱਲਾ ਗੱਡੀ ਵੀ ਨਵੀਂ ਲੈ ਕੇ ਆਪਣੇ ਵਾਲ ਸਾਹਿਬ ਨੂੰ। ਹਾਂਜੀ, ਉਹ ਸਵਿਫਟ ਗੱਡੀ ਗਿਫਟ ਕੀਤੀ ਸੀ ਵਾਲ ਸਾਹਿਬ, ਉਹਦਾ ਨਾ ਸ਼ੌਕ ਸੀ ਉਹਨਾਂ ਨੂੰ। ਹਾਂਜੀ, ਉਹ ਗੱਡੀ ਨਾ ਅੱਗੇ ਹੈ ਸੀ, ਵਾਲ ਸਾਹਿਬ ਡਾਲਾ ਨਹੀਂ ਚਲਾਉਂਦੇ ਹੈ, ਕਿਉਂਕਿ ਬੜੀ ਗੱਡੀ ਆ। ਪਹਿਲੇ ਸਭ ਤੋਂ ਪਹਿਲੇ ਨਾ ਸਾਡੇ ਕੋਲ ਮਹਿਰਾਨ ਗੱਡੀ ਹੁੰਦੀ ਸੀ। ਅੱਛਾ, ਵਾਲ ਸਾਹਿਬ ਕਹਿੰਦੇ ਸੀ ਮੈਨੂੰ ਮਹਿਰਾਨ ਲੈ ਦਿਓ। ਅੱਛਾ, ਅਤੇ ਫਿਰ ਉਹ ਛੋਟੇ ਭਾਈ ਨੇ ਕਿਹਾ ਯਾਰ ਆਪਾਂ ਹੁਣ ਕਲਟਸ ਲੈ ਕੇ ਦਿੱਤੀ ਸੀ, ਲੇਕਿਨ ਨਾ ਕਲਟਸ ਦਾ ਸਾਨੂੰ ਕੋਈ ਉਹ ਮੈਨੂਅਲ ਗੱਡੀ ਸੀ, ਯਾਨੀ ਉਹ ਮਜ਼ਾ ਨਹੀਂ ਆਇਆ ਸਾਨੂੰ ਨਾ ਗੱਡੀ ਦਾ। ਫਿਰ ਸਵਿਫਟ ਦਾ ਸਾਨੂੰ ਜ਼ਿਆਦਾ ਆਪਸ਼ਨ ਅੱਛਾ ਲੱਗਿਆ। ਮੈਂ ਥੋੜ੍ਹੇ ਦਿਨਾਂ ਬਾਅਦ ਨਾ ਗੱਡੀ ਉਹ ਸੇਲ ਕਰ ਦਿੱਤੀ ਸੀਗੀ ਕਲਟਸ, ਅਤੇ ਛੋਟਾ ਭਾਈ ਕਹਿੰਦਾ ਯਾਰ ਆਪਾਂ ਨਾ ਹੁਣ ਸਵਿਫਟ ਪਲੇਟਫਾਰਮ ਜੀ ਨੂੰ ਲੈ ਕੇ ਦੇਣੀ ਆ। ਉਹ ਫਿਰ ਬਸ ਗਏ ਸੀ। ਬਾਕੀ ਅੱਲਾਹ ਪਾਕ ਦੀ ਰਹਿਮਤ ਆ ਜੀ, ਸ਼ੁਕਰ ਹੈ ਮੇਰੇ ਮਾਲਕ ਦੀ ਜ਼ਿਆਦਾ, ਅੱਲਾਹ ਪਾਕ ਹਰ ਬੰਦੇ ਨੂੰ ਨਵਾਜ਼ੇ। ਅਤੇ ਬਸ ਉਹ ਇੱਕ ਦਿਲ ਦੇ ਵਿੱਚ ਜਿਹੜੀ ਖੁਆਇਸ਼ ਸੀ ਪੂਰੀ ਕੀਤੀ। ਅੱਛਾ, ਇੱਕ ਗੱਲ ਇਹ ਮੈਨੂੰ ਦੱਸੋ ਕਿ ਤੁਹਾਡੇ ਅੰਦਰ ਇਹ ਵੀਗੋ ਡਾਲੇ ਦਾ ਸ਼ੌਕ ਕਿਉਂ ਪਿਆ? ਤੁਸੀਂ ਹੋਰ ਗੱਡੀ ਵੀ ਲੈ ਸਕਦੇ ਸੀ। ਹਾਂਜੀ ਬਾਈ, ਸ਼ੌਕ ਇਸ ਲਈ ਪਿਆ ਕਿ ਮੈਂ ਤੁਹਾਨੂੰ ਅੱਗੇ ਗੱਲ ਦੱਸੀ ਹੈ ਨਾ ਕਿ ਜਾਈਦਾ ਸੀ ਨਾ, ਉਹ ਗੱਡੀ ਪਿੱਛੇ ਹੋਣੀ, ਅੱਗੇ ਡਾਲਾ ਹੋਣਾ, ਲੋਕ ਡਾਲੇ ਨੂੰ ਬੜਾ ਕੁਛ ਸਮਝਦੇ ਸੀ। ਕੁਛ ਮੈਨੂੰ ਡਾਲਾ ਬੜਾ ਸੋਹਣਾ ਲੱਗਦਾ ਸੀ ਨਾ, ਇੱਕ ਮਤਲਬ ਇਹ ਹੁੰਦਾ ਕਿ ਡਾਲਾ ਲਵਾਂਗੇ। ਹੁਣ ਜਿੰਨੇ ਦਾ ਅਸੀਂ
1.5 ਪੌਣੇ 2 ਕਰੋੜ 'ਚ ਸਾਨੂੰ ਡਾਲਾ ਪਿਆ ਸੀ ਤੇ ਇਹਨੇ ਦੇ ਵਿੱਚ ਸਾਨੂੰ ਮਤਲਬ ਫਾਰਚੂਨਰ ਵੀ ਲੱਭ ਜਾਣਾ ਸੀ, TX ਵੀ ਲੱਭ ਜਾਣੀ ਸੀ। ਡਾਲੇ ਦਾ ਨਾ ਬਸ ਇੱਕ ਸਿਰਫ ਸ਼ੌਕ ਸੀ, ਤੁਹਾਨੂੰ ਪਤਾ ਤਾਂ ਟ੍ਰੈਂਡ ਚੱਲਦਾ ਸੀ ਜੀ, ਡਾਲਾ ਰੱਖਿਆ। ਡਾਲੇ ਨੂੰ ਪਤਾ ਨਹੀਂ ਕੀ ਸਮਝਦੇ ਸੀ ਲੋਕ ਯਾਰ। ਅੱਛਾ, ਥੋੜਾ ਤੁਹਾਡੇ ਜ਼ਾਤੀ ਸਿੰਘ ਦੇ ਬਾਰੇ ਚਾਹੁੰਦੇ ਆ ਜੀ। ਥੋੜਾ ਸਾਨੂੰ ਇਹ ਦੱਸੋ ਵੀ ਤੁਸੀਂ ਕਿੰਨੇ ਭਾਈ ਹੋ? ਅਸੀਂ ਮਾਸ਼ਾਅੱਲਾ 2 ਹੀ ਭਾਈ ਆ ਜੀ। ਅੱਛਾ, 2 ਭਾਈ ਹੋ ਜਿਹੜੇ ਦੋਨੇ ਸੋਸ਼ਲ ਮੀਡੀਆ ਤੇ ਮਾਸ਼ਾਅੱਲਾ ਤੁਹਾਡੇ ਅੱਗੇ ਚਿਹਰੇ ਆ। ਅੱਛਾ, ਇਹ ਹੀ ਆ ਜੀ। ਤੇ ਸਭ ਤੋਂ ਜ਼ਿਆਦਾ ਤੁਹਾਨੂੰ ਮੁਹੱਬਤ ਕਿੱਧਰੋਂ ਮਿਲੀ ਹੈ? ਕਿਹੜੇ ਸ਼ਹਿਰ 'ਚੋਂ ਮਿਲੀ ਹੈ ਮੁਹੱਬਤ? ਭਾਈਜਾਨ ਦੇਖੋ, ਜਿਹਨੇ ਸਾਨੂੰ ਯਾਦ ਕਰਨਾ, ਜਿਹਨੇ ਸਾਨੂੰ ਬੁਲਾਇਆ, ਆਖਰ ਉਹਨੇ ਸਾਨੂੰ ਮੁਹੱਬਤ ਦੇਣੀ ਹੈ, ਜਾਂ ਸਾਨੂੰ ਮੁਹੱਬਤ ਕਰਦੇ ਸੀ ਤੇ ਉਹਨਾਂ ਨੇ ਸਾਨੂੰ ਯਾਦ ਕੀਤਾ। ਤੇ ਮਾਸ਼ਾਅੱਲਾ ਜਿਹੜੀ ਸਿਟੀ 'ਚ ਜਾਈਦਾ ਮੁਹੱਬਤ ਹੀ ਮਿਲਦੀ ਆ। ਕਿਉਂਕਿ ਦੇਖੋ ਨਾ, ਕਿਸੇ ਨੇ ਜਿਹਨੇ ਸ਼ਾਦੀ ਰੱਖੀ ਉਹਨੇ ਸਾਨੂੰ ਮਤਲਬ ਬੁੱਕ ਕੀਤਾ, ਉਹਦੇ ਦਿਲ ਵਿੱਚ ਸਾਡੇ ਵਾਸਤੇ ਮੁਹੱਬਤ ਸੀ ਤੇ ਉਹਨੇ ਸਾਨੂੰ ਬੁਲਾਇਆ ਨਹੀਂ ਦੂਰੋਂ। ਅੱਛਾ, ਮੈਨੂੰ ਥੋੜੀ ਇਹ ਦੱਸੋ ਵੀ ਜ਼ਿਆਦਾ ਫੈਨ ਫੈਲਿੰਗ ਤੁਹਾਡੀ ਹੈ, ਤੁਹਾਡੇ ਛੋਟੇ ਭਾਈ ਦੀ ਹੈ, ਦੋਵਾਂ ਦੀ ਬਰਾਬਰ ਹੀ ਹੈ? ਆਵਾਮ ਜ਼ਿਆਦਾ ਕਿਹਨੂੰ ਮਿਲਣਾ ਪਸੰਦ ਕਰਦੀ ਹੈ? ਮਿਲਣਾ ਭਾਈਜਾਨ ਇਹੀ ਹੁੰਦਾ, ਜਦੋਂ ਵੀ ਕੋਈ ਦਫ਼ਤਰ ਆਉਂਦਾ ਜਾਂ ਕਿਤੇ ਜਾਈਦਾ ਨਾ, ਅਗਰ ਮੈਂ ਗਿਆ ਵਾਂ ਉਹਨੇ ਪੁੱਛਣਾ ਯਾਰ ਤੇਰਾ ਦੂਆ ਭਾਈ ਕਿੱਥੇ ਆ। ਅੱਛਾ, ਅਗਰ ਛੋਟਾ ਭਾਈ ਗਿਆ ਯਾਰ ਤੇਰਾ ਦੂਆ ਭਾਈ ਕਿੱਥਾ ਹੈ। ਅੱਛਾ, ਤੁਹਾਡੇ ਦੋਵਾਂ ਤੋਂ ਜ਼ਿਆਦਾ ਗੁੱਸੇ ਵਾਲਾ ਕੌਣ ਹੈ? ਗੁੱਸੇ ਵਾਲਾ ਛੋਟਾ ਭਾਈ ਹੈ। ਛੋਟਾ ਭਾਈ, ਇਹਦੀ ਕੀ ਵਜ੍ਹਾ ਹੈ? ਵਜ੍ਹਾ ਇਹਦੀ ਇਹ ਹੈ ਭਾਈਜਾਨ, ਉਹ ਗੱਲ ਕੰਮ ਉਹ ਕਹਿੰਦਾ ਬਸ ਟੂ ਦੀ ਪੁਆਇੰਟ ਹੋਣਾ ਚਾਹੀਦਾ। ਅੱਛਾ, ਮੇਰੀ ਇੱਕ ਆਦਤ ਆ ਨਾ ਭਾਈਜਾਨ, ਮੈਨੂੰ ਜਿਹੜੇ ਰੰਗ ਦਾ ਬੰਦਾ ਮਿਲੇ ਨਾ ਮੈਂ ਉਸ ਰੰਗ 'ਚ ਹੋ ਜਾਣਾ। ਅੱਛਾ, ਉਹਦਾ ਮਾਈਂਡ ਇਹ ਆ ਕਿ ਯਾਰ ਟੂ ਦਾ ਪੁਆਇੰਟ ਕੰਮ ਹੋਵੇ, ਟੂ ਦੀ ਪੁਆਇੰਟ ਗੱਲ ਹੋਵੇ, ਉਹ ਬੜੀ ਛੇਤੀ ਹਾਈਪਰ ਹੋ ਜਾਂਦਾ ਵਾ। ਹੁਣ ਤੱਕ ਤੁਹਾਨੂੰ ਕੋਈ ਐਸਾ ਲੱਗਾ ਹੋਇਆ ਵੀ ਯਾਰ ਤੁਹਾਡੀ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਟਫ ਟਾਈਮ ਹੈ, ਉਹ ਕਿਹੜਾ ਤੁਸੀਂ ਫੇਸ ਕੀਤਾ? ਜਦੋਂ ਮੈਂ ਭਾਈਜਾਨ ਆਪਣਾ 3rd ਈਅਰ ਵਿੱਚ ਐਡਮਿਸ਼ਨ ਲਿਆ ਸੀ ਨਾ ਡੀ ਗਰਾਊਂਡ ਪਾਕਿਸਤਾਨ ਕਾਲਜ ਦੇ ਵਿੱਚ, ਸਭ ਤੋਂ ਜ਼ਿਆਦਾ ਮੁਸ਼ਕਿਲ ਭਾਈਜਾਨ ਉਦੋਂ ਪੇਸ਼ ਆਈ ਸੀ। ਕਿਉਂਕਿ ਪੜ੍ਹਦੇ ਸੀ, ਨਾਲ ਬੈਂਡ ਦਾ ਕੰਮ ਕਰਦੇ ਸੀ, ਤੇ ਜਦੋਂ ਕਿਸੇ ਦੋਸਤ ਨੂੰ ਪਤਾ ਲੱਗਦਾ ਸੀ ਫਿਰ ਫੀਲ ਹੁੰਦਾ ਸੀ ਚੀਜ਼ਾਂ, ਉਦੋਂ ਨਾ ਫੀਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ, ਇੱਜ਼ਤ ਬੇਇੱਜ਼ਤੀ ਉਦੋਂ ਨਾ ਫੀਲ ਕਰਨੀ ਸ਼ੁਰੂ ਕਰ ਦਿੱਤੇ ਸੀ। ਜ਼ਿੰਦਗੀ 'ਚ ਕੋਈ ਯਾਦਗਾਰ ਲਮਹਾ? ਜ਼ਿੰਦਗੀ 'ਚ ਯਾਦਗਾਰ ਲਮਹੇ ਜੀ ਬੜੇ ਆ, ਤੇ ਲੇਕਿਨ ਮੈਂ ਆਪਣੀਆਂ ਨਾ ਪੁਰਾਣੀਆਂ ਚੀਜ਼ਾਂ ਯਾਦ ਕਰਕੇ ਨਾ, ਕਹਿ ਲਓ ਕਿ ਔਕਾਤ, ਪੁਰਾਣਾ ਵਕਤ ਯਾਦ ਕਰਕੇ ਮੈਂ ਨਾ ਆਪਣਾ ਨੂੰ ਇਸ ਵਕਤ ਨਾਲ ਕੰਪੇਅਰ ਕਰਕੇ ਆਪਣੇ ਦਿਲ ਨੂੰ ਤਸੱਲੀ ਦਿੰਦਾ ਹੁੰਦਾ। ਸਿੰਗਲ ਹੋ ਜਾਂ ਮੈਰਿਡ ਹੋ? ਮੈਂ ਮਾਸ਼ਾਅੱਲਾ ਸ਼ਾਦੀशुदा ਮੈਂ, ਸੋਸ਼ਲ ਤੇ ਬੰਦਿਆਂ ਨੂੰ ਨਹੀਂ ਪਤਾ ਹੈ। ਨਹੀਂ ਪਤਾ? ਹਾਂਜੀ। ਅੱਛਾ, ਅੱਜ ਕੱਲ੍ਹ ਜਿੰਨੇ ਬੰਦੇ ਟਿਕਟੌਕ ਸਟਾਰ ਬਣੇ ਨੇ, ਹਾਂਜੀ, ਹਰ ਬੰਦੇ ਨੂੰ ਸ਼ੌਕ ਹੈ ਦੂਸਰੀ ਸ਼ਾਦੀ ਕਰਨ ਦਾ। ਅੱਲਾਹ ਮਾਫ ਕਰੇ ਜੀ। ਮੈਂ ਜੀ ਇਹਦੇ ਖਿਲਾਫ। ਅੱਛਾ, ਇਹਦੇ ਖਿਲਾਫ? ਮੈਂ ਇਹਦੇ ਖਿਲਾਫ ਆ। ਦੇਖੋ ਜੀ, ਇਹਦਾ ਮਤਲਬ ਇਹ ਨਹੀਂ ਅੱਜ ਮੇਰੇ ਕੋਲ ਪੈਸਾ ਆਇਆ ਯਾਰ ਅੱਜ ਮੈਂ ਦੂਸਰੀ ਸ਼ਾਦੀ ਕਰ ਲਵਾਂ। ਜਿਹੜਾ ਬੰਦਾ ਇਹ ਚੀਜ਼ ਕਹਿੰਦਾ ਵਾ, ਮੈਨੂੰ ਉਹ ਬੰਦਾ ਸਿਰਫ ਇਹ ਗੱਲ ਦੱਸ ਦੇਵੇ ਕਿ ਉਹਨੇ ਆਪਣੀ ਸਿਸਟਰ ਦੀ ਕਿਤੇ ਸ਼ਾਦੀ ਕੀਤੀ ਹੋਵੇ, ਉਹ ਭਾਈ ਕਹਿ ਦੇਵੇ ਕਿ ਯਾਰ ਮੈਂ ਹੁਣ ਦੂਆ ਵਿਆਹ ਕਰਾਉਣਾ, ਉਹ ਤੇ ਕੀ ਬੀਤੇਗੀ। ਉਹ ਭਾਈ ਇਹ ਗੱਲਾਂ ਤਾਂ ਕਰ ਦਿੰਦੇ ਆ ਕਿ ਯਾਰ ਇਨਸਾਨ ਨੂੰ 4 ਸ਼ਾਦੀਆਂ ਦੀ ਇਜਾਜ਼ਤ ਆ ਜੀ, ਕੁਰਾਨ 'ਚ ਲਿਖਿਆ। ਉਹ ਇਹ ਗੱਲ ਤਾਂ ਤੁਸੀਂ ਬੜਾ ਭੱਜ ਕੇ ਕਹਿੰਦੇ ਕੁਰਾਨ 'ਚ ਲਿਖਿਆ, ਕੁਰਾਨ 'ਚ ਹੋਰ ਗੱਲਾਂ ਨਹੀਂ ਲਿਖੀਆਂ। ਆਪ ਸਰਕਾਰ ਨੇ ਹੋਰ ਬਹੁਤ ਕੁਝ ਦੱਸਿਆ ਸੀਗਾ, ਉਹਨਾਂ ਦਾ ਨਹੀਂ ਪਤਾ। ਅੱਛਾ, ਹੁਣ ਤੁਸੀਂ ਮਾਸ਼ਾਅੱਲਾ ਇੱਕ ਬ੍ਰਾਂਡ ਹੋ, ਵਾਇਰਲ ਹੋ ਜੀ। ਅਗਰ ਤੁਹਾਨੂੰ ਕੋਈ ਵੀ ਟਿਕਟੌਕ ਸਟਾਰ ਕੋਈ ਫੀਮੇਲ ਆ, ਉਹ ਤੁਹਾਨੂੰ ਨਹੀਂ ਪੋਜ਼ ਕਰਦੀ, ਤੁਸੀਂ ਰਿਜੈਕਟ ਕਰੋਗੇ? ਸਾਡਾ ਜੀ ਜਿੱਦਣ ਅਸੀਂ ਇਸ ਪਲੇਟਫਾਰਮ ਤੇ ਆਏ ਸੀ ਨਾ, ਦੋਨਾਂ ਭਰਾਵਾਂ ਨੇ ਇੱਕੋ ਹੀ ਇਹ ਚੀਜ਼ ਸਭ ਤੋਂ ਪਹਿਲੇ ਸੋਚੀ ਸੀ, ਤੁਸੀਂ ਸਾਡਾ ਅਗਰ ਅਕਾਊਂਟ ਵੀ ਵਿਜ਼ਿਟ ਕਰੋਗੇ ਨਾ, ਉੱਤੇ ਕੋਈ ਲੜਕੀ ਦੀ ਵੀਡੀਓ ਨਹੀਂ ਹੋਏਗੀ। ਅੱਛਾ, ਪਹਿਲੇ ਅਸੀਂ ਵੀਡੀਓ ਬਣਾਉਂਦੇ ਸੀ, ਹਾਂ ਜੰਨਤ ਮਿਰਜ਼ਾ ਦੀਆਂ ਜ਼ਰੂਰ ਲੱਗੀਆਂ, ਕਿਉਂਕਿ ਉਹ ਵੀ ਇਸ ਬਦੌਲਤ ਲੱਗੀਆਂ ਕਿ ਅਸੀਂ ਉਹਨਾਂ ਦੇ ਘਰ ਇਵੈਂਟ ਤੇ ਗਏ ਸੀ। ਅੱਛਾ, ਉਹਨਾਂ ਦੇ ਘਰ ਸ਼ਾਦੀ ਦੇ ਇਵੈਂਟ ਸਾਡੇ ਕੋਲ ਸੀ, ਉਹ ਇਸ ਲਈ ਵੀਡੀਓਜ਼ ਲੱਗੀਆਂ ਹੋਈਆਂ। ਅੱਜ ਤੱਕ ਕਸਮ ਵਾਲੀ ਗੱਲ, ਸਾਨੂੰ ਤਾਂ ਪਹਿਲੇ ਇਹ ਨਹੀਂ ਪਤਾ ਇਵੈਂਟ ਤੇ ਚਾਹੀਦਾ। ਹੁਣ ਜਿਸ ਤਰ੍ਹਾਂ ਕਿ ਆ ਥੋੜ੍ਹੇ ਦਿਨਾਂ ਦੀ ਗੱਲ ਆ, ਲਾਹੌਰ ਉਮਰ ਭਾਈ ਦੀ ਸ਼ਾਦੀ ਹੋਈ ਆ, ਉੱਥੇ ਤੁਹਾਨੂੰ ਪਤਾ ਦੁਨੀਆ ਹੀ ਹੋਰ ਸੀ, ਬਥੇਰੀਆਂ ਸੀ। ਯਕੀਨ ਮੰਨੋ ਕਿਸੇ ਕੁੜੀ ਨੂੰ ਕਿਸੇ ਟਿਕਟੋਕ ਨੂੰ ਜਾ ਕੇ ਨਹੀਂ ਕਿਹਾ ਜੀ ਆ ਕਿ ਤੁਹਾਡੇ ਨਾਲ ਇੱਕ ਤਸਵੀਰ ਬਣਾਉਣੀ ਹੈ, ਇੱਕ ਵੀਡੀਓ। ਬਾਈ ਕਨਸੈਪਟ ਹੀ ਨਹੀਂ ਹੈ, ਮੈਂ ਇੱਕ ਚੀਜ਼ ਲਾਉਣੀ ਹੀ ਨਹੀਂ ਹੈ, ਮੇਰੇ ਇੱਕ ਕਾਰੋਬਾਰ 'ਚ ਹੀ ਨਹੀਂ ਹੈ। ਕਿਉਂਕਿ ਬਾਈ ਅਸੀਂ ਆਪਣੇ ਕੰਮ ਨੂੰ ਕਾਰੋਬਾਰ ਦੀ ਨੀਅਤ ਲੈ ਕੇ ਚੱਲਦੇ ਹਾਂ। ਮੈਂ ਫਿਰ ਵੀਡੀਓ ਜਾਂ ਤਸਵੀਰ ਕਿੱਦਾਂ ਉਸ ਕੁੜੀ ਦੀ ਲਾ ਦੇਵਾਂ, ਅਸੀਂ ਨਹੀਂ ਬਾਈ ਲਗਾਉਂਦੇ। ਅੱਛਾ, ਹੁਣ ਤੱਕ ਤੁਸੀਂ ਕਾਫੀ ਸਾਰੇ ਇਵੈਂਟ ਤੇ ਗਏ ਹੋ, ਹੁਣ ਤੱਕ ਤੁਹਾਨੂੰ ਕਿਸੇ ਵੀ ਬੰਦੇ ਨੇ ਕਿਹਾ ਹੋਵੇ ਕਿ ਮੈਂ ਤੁਹਾਨੂੰ ਲਾਈਕ ਕਰਦੀ ਹਾਂ, ਕਿਸੇ ਲੜਕੀ ਨੇ ਕਿਹਾ ਪ੍ਰਪੋਜ਼ ਕੀਤਾ ਹੋਵੇ? ਹਾਂਜੀ, ਕਾਫੀ ਹੈ ਬਾਈ। ਜਾਂ ਕਾਫੀ ਸਾਰੇ ਨੇ? ਹਾਂਜੀ, ਲੇਕਿਨ ਉਹਨੂੰ ਇਹ ਕੀਤਾ ਕਿ ਤੂੰ ਮੇਰੀ ਭੈਣ ਆ, ਠੀਕ ਹੋ ਗਿਆ। ਸਹੀ ਗੱਲ ਆ। ਅਕਸਰ ਮਾਮਲਾਤ ਘਰ ਵਿੱਚ ਇਸ ਤਰ੍ਹਾਂ ਹੋਇਆ, ਮੇਰੀ ਇੱਕ ਆਦਤ ਆ, ਫੋਨ ਆਉਂਦਾ ਨਾ, ਉਹ ਮੈਂ ਨਾ ਫੋਨ ਟੇਬਲ 'ਤੇ ਮਤਲਬ ਪਿਆ ਹੁੰਦਾ, ਉਹ ਮੈਂ ਉਸ ਤਰ੍ਹਾਂ ਹੀ ਯੈਸ ਕਰ ਦੇਣਾ ਵਾ। ਅਤੇ ਮੈਂ ਅਕਸਰ ਅਗਰ ਨਹਾ ਕੇ ਹਟਿਆ ਯਾਰ ਚੇਂਜਿੰਗ ਕਰਨੀ, ਮੈਂ ਮਤਲਬ ਨਾ ਮੇਰੀ ਆਦਤ ਆ, ਮੈਂ ਉਸ ਤਰ੍ਹਾਂ ਹੀ ਓਕੇ ਕਰ ਦੇਣਾ ਵਾ, ਮਤਲਬ ਕਿ ਲੋਡ ਦੇ ਵਿੱਚ ਹੀ ਗੱਲ ਕਰ ਲੈਣੀ ਆ। ਉਹ ਰੂਮ ਦੇ ਵਿੱਚ ਮੇਰੀ ਮਤਲਬ ਬੇਗਮ ਵੀ ਫਿਰਦੇ ਹੁੰਦੇ ਆ। ਉਹ ਇੱਕ ਵਾਰੀ ਮਾਮਲਾ ਹੋ ਗਿਆ ਜੀ, ਫੋਨ ਆ ਗਿਆ, ਮੈਂ ਓਕੇ ਕੀਤਾ ਜੀ, ਲੜਕੀ ਸੀ, ਅਤੇ ਉਹ ਜੀ ਪੁੱਛਣ ਲੱਗ ਗਈ ਜੀ ਪੈਰਾਗਲਾਈਡਿੰਗ ਕਿੱਧਰ ਹੋ ਰਹੀ ਆ। ਅੱਛਾ, ਮੈਂ ਕਿਹਾ ਭੈਣ ਮੇਰੀ ਇਹ, ਕਿਉਂਕਿ ਬਾਈ ਮੇਰੀ ਇੱਕ ਆਦਤ ਆ, ਮੈਂ ਫੋਨ 'ਤੇ ਕੋਈ ਫੀਮੇਲ ਦਾ ਫੋਨ ਆ ਵੀ ਮੈਂ ਉਹਨੂੰ ਆਪੀ ਕਹਿੰਦਾ ਜਾਂ ਸਿਸਟਰ ਕਹਿੰਦਾ ਵਾ, ਠੀਕ ਆ। ਕਿਉਂਕਿ ਮੇਰਾ ਭਾਈ ਹੈ ਹੀ ਸਿਸਟਮ, ਭਰਾਵਾਂ ਨਾਲ ਭਰਾ ਅਤੇ ਕੁੜੀ ਅਤੇ ਭੈਣ, ਬਸ ਤੀਸਰਾ ਮੇਰਾ ਕਿਸੇ ਨਾਲ ਕੋਈ ਤਾਲੁਕ ਨਹੀਂ ਹੈ। ਅਤੇ ਮੈਂ ਕਿਹਾ ਭੈਣ ਜੀ ਤੁਹਾਨੂੰ ਚੰਗਾ ਭਲਾ ਪਤਾ ਕਿ ਇੱਥੇ ਤੇ ਹੋ ਰਹੀ, ਉਹਨਾਂ ਨੇ ਮੈਂ ਕਿਹਾ ਵੀਡੀਓਜ਼ ਵੀ ਲਗਾਈ ਆ। ਕਹਿੰਦੀ ਜੀ ਮੇਰੀ ਨਾ ਤੁਹਾਡੇ ਨਾਲ 2 ਮਿੰਟ ਗੱਲ ਕਰਨੀ ਸੀ, ਹੋ ਸਕਦੀ ਆ? ਉਹ ਮੇਰੀ ਹੁਣ ਬੇਗਮ ਦੇ ਕੰਨ ਖੜੇ ਹੋ ਗਏ।
ਅੱਛਾ ਜੀ। ਬਾਈ ਮੇਰੇ ਦਿਲ 'ਚ ਚੋਰ ਹੀ ਨਹੀਂ ਹੈ, ਮੈਂ ਕਿਉਂ ਮਤਲਬ ਕੋਈ ਮਤਲਬ ਕਰਾਂ ਨਾ, ਮੈਂ ਆਪਣੇ ਫ਼ੋਨ ਨੂੰ ਕੋਈ ਪਾਸਵਰਡ ਲਾਇਆ, ਮੇਰਾ ਫ਼ੋਨ ਉਸੇ ਤਰ੍ਹਾਂ ਹੀ ਪਿਆ ਹੁੰਦਾ ਵਾ। ਅਤੇ ਮੈਂ ਜੀ ਚਾਹੁੰਦੀ ਸੀ, ਮੇਰੀ ਖੁਆਇਸ਼ ਸੀ ਜੀ ਤੁਸੀਂ ਮੇਰੇ ਨਾਲ ਜਾਓ ਅਤੇ ਮੈਂ ਤੁਹਾਡੇ ਨਾਲ ਕਰਨੀ ਆ। ਮੈਂ ਕਿਹਾ ਮੈਨੂੰ ਭਾਈ ਮਾਫੀ ਦੇ। ਉਹ ਇਹਨਾਂ 'ਚ ਮੇਰੀ ਬੇਗਮ ਕਹਿੰਦੀ ਮੈਨੂੰ ਫੋਨ ਫੜਾਓ, ਇਹਨੂੰ ਮੈਂ ਕਰਵਾਉਣੀ ਆ ਇਹਨੂੰ। ਅੱਛਾ, ਯਾਨੀ ਕਿ ਤੁਸੀਂ ਤੁਹਾਡੀ ਜਿਹੜੀ ਵਾਈਫ ਆ ਕੋਆਪਰੇਟਿਵ ਜਾਂ ਕਦੀ ਸ਼ੱਕ ਵੀ ਕਰਦੇ ਨੇ ਕਿ ਨਹੀਂ ਨਹੀਂ, ਅਲਹਮਦੁਲਿਲਾ ਜੀ, ਅੱਲਾ ਦਾ ਕਰੋੜ ਹਾਂ ਸ਼ੁਕਰ ਆ ਜੀ। ਜਿਸ ਤਰ੍ਹਾਂ ਦੀ ਮੇਰੀ ਵਾਈਫ ਆ, ਮੈਂ ਦੁਆ ਕਰਦਾ ਅੱਲਾ ਪਾਕ ਇਸ ਤਰ੍ਹਾਂ ਦੀ ਨੇਚਰ ਦੀ ਹਰ ਭਰਾ ਨੂੰ ਵਾਈਫ ਦੇਵੇ। ਅੱਛਾ, ਕਿਉਂਕਿ ਮੇਰੀ ਉਹ ਦੋਸਤ ਵੀ ਆ। ਮੇਰੀ ਲਾਈਫ ਦੀ ਗੱਲ ਮੈਂ ਆਪਣੀ ਹਰ ਉਹਨਾਂ ਕਰਦਾ, ਮੇਰੀ ਉਹ ਦੋਸਤ ਵੀ ਆ, ਮੇਰੀ ਬੇਗਮ ਵੀ ਆ, ਬਹੁਤ ਅੱਛਾ ਮੇਰਾ ਹਮਸਫਰ ਆ। ਅਲਹਮਦੁਲਿਲਾ 8 ਸਾਲ ਹੋ ਗਏ ਮੇਰੀ ਸ਼ਾਦੀ ਨੂੰ, ਅੱਜ ਤੱਕ ਸਾਡੇ ਵਿੱਚ ਕਦੀ ਲੜਾਈ ਨਹੀਂ ਹੋਈ। ਅੱਛਾ ਜੀ। ਅਤੇ ਸਭ ਤੋਂ ਵੱਡੀ ਗੱਲ ਸੀ ਇੱਕ ਪੂਰੀ ਫੈਮਿਲੀ ਘਰ ਇੱਕ ਬਰਤਨ 'ਚ ਖਾਣਾ ਖਾਈਦਾ। ਮਾਸ਼ਾਅੱਲਾ। ਹਾਂਜੀ। ਅੱਛਾ, ਜਿਹੜੇ ਤੁਹਾਡੇ ਛੋਟੇ ਭਾਈ ਹੈ ਜੀ ਜੀ, ਉਹ ਵੀ ਮੈਰਿਡ ਨੇ? ਨਹੀਂ। ਅੱਛਾ, ਸਿੰਗਲ ਨੇ? ਹਾਂਜੀ ਜੀ, ਮਾਸ਼ਾਅੱਲਾ ਬੜੀ ਦੇਰ ਬਾਅਦ ਹੁਣ ਸਾਡੇ ਕੋਈ ਘਰ ਖੁਸ਼ੀ ਦਾ ਪਲਾਨ ਬਣ ਰਿਹਾ, ਕਿਉਂਕਿ ਮਾਸ਼ਾਅੱਲਾ ਸਿਰਫ ਛੋਟਾ ਵੀ ਰਹਿੰਦਾ, ਸ਼ਾਦੀ ਉਹਦੀ ਕਰਨੀ ਆ। ਅਤੇ ਇਨਸ਼ਾਅੱਲਾ ਅੱਲਾ ਪਾਕ ਅੱਛਾ ਟਾਈਮ ਲੈ ਕੇ ਆਵੇ, ਅੱਲਾ ਪਾਕ ਬੁਰੀਆਂ ਨਜ਼ਰਾਂ ਤੋਂ ਬਚਾਵੇ। ਆਮੀਨ। ਅਤੇ ਕੋਈ ਸਾਡੇ ਘਰ ਦੇ ਵਿੱਚ ਕੋਈ 8 ਸਾਲ ਬਾਅਦ ਖੁਸ਼ੀ ਆਉਣੀ ਆ, ਕਿਉਂਕਿ ਹੁਣ ਮਾਸ਼ਾਅੱਲਾ ਮੈਂ ਦੇਖ ਰਿਹਾ ਵਾਂ ਜਿਸ ਤਰ੍ਹਾਂ ਕੋਈ ਇਨਸ਼ਾਅੱਲਾ ਅੱਛਾ ਰਿਸ਼ਤਾ ਮਿਲੇਗਾ। ਅਤੇ ਉਮੀਦ ਹੈ ਇਨਸ਼ਾਅੱਲਾ ਕੋਈ 6 ਮਹੀਨੇ ਸਾਲ ਖੰਡ ਦੇ ਵਿੱਚ ਨਾ ਪਹਿਲੇ ਹੀ ਇਨਸ਼ਾਅੱਲਾ ਪਲਾਨ ਆ ਛੋਟੇ ਭਾਈ ਦੀ ਸ਼ਾਦੀ ਦਾ, ਕਿਉਂਕਿ ਮੈਨੂੰ ਆਹ ਬੜਾ ਸ਼ੌਕ ਆ ਯਾਰ ਕਿ ਮੇਰੀ ਸ਼ਾਦੀ ਨੂੰ 8 ਸਾਲ ਹੋ ਗਏ, ਮੈਂ ਹਾਲੇ ਤੱਕ ਕੋਈ ਵਿਆਹ ਨਹੀਂ ਦੇਖਿਆ। ਅਤੇ ਮੇਰੇ ਵਾਸਤੇ ਬੜਾ ਮਤਲਬ ਖੁਸ਼ੀ ਦਾ ਦਿਨ ਹੋਣਾ ਕਿ ਜਦੋਂ ਮੇਰੇ ਭਰਾ ਦੀ ਸ਼ਾਦੀ ਹੋਣੀ ਅਤੇ ਮੈਂ ਆਪਣੇ ਚਾਅ ਪੂਰੇ ਕਰਨੇ ਆ। ਉਸ ਦਿਨ ਵੀ ਸਰਵਿਸ ਅੰਸਾਰੀ ਬੈਂਡ ਦੀ ਲਓਗੇ ਜਾਂ ਕਿਸੇ ਥਰਡ ਪਾਰਟੀ ਨੂੰ ਬੁਲਾਓਗੇ? ਦੇਖੋ ਜੀ, ਮੇਰੇ ਦੋ ਜ਼ੇਨ ਆ। ਬੈਂਡ ਤਾਂ ਅਲਹਮਦੁਲਿਲਾ ਦੇਖੋ ਜੀ ਇੱਕ ਮੈਂ ਆਪਣਾ ਹੀ ਵਜਾਉਣਾ ਵਾ, ਕਿਉਂਕਿ ਮੇਰੇ ਜਿਹੜੇ ਮਤਲਬ ਲੇਬਰ ਦੇ ਬੰਦੇ ਉਹਨਾਂ ਨੂੰ ਬੜਾ ਸ਼ੌਕ ਆ। ਅਤੇ ਬਾਕੀ ਬਾਈ ਮਾਈਂਡ ਦੋ ਆ, ਮੈਂ ਸੋਸ਼ਲ ਦੇ ਉੱਪਰ ਦਾ ਜ਼ਾਹਰ ਨਹੀਂ ਕਰਨਾ ਚਾਹੁੰਦਾ, ਲੇਕਿਨ ਇਨਸ਼ਾਅੱਲਾ ਅੱਲਾ ਪਾਕ ਟਾਈਮ ਅੱਛਾ ਲੈ ਕੇ ਆਵੇਗਾ, ਅੱਲਾ ਬਿਹਤਰ ਲੈ ਕੇ ਆਵੇਗਾ। ਅੱਛਾ, ਤੁਹਾਡੇ ਜਿਹੜੇ ਛੋਟੇ ਭਾਈ ਨੇ ਜੀ, ਉਹਨਾਂ ਨੂੰ ਕੋਈ ਲੜਕੀ ਵਗੈਰਾ ਪਸੰਦ ਹੈ ਜਾਂ ਕੋਈ ਘਰ 'ਚ ਪਾਬੰਦੀ ਹੈ ਕਿ ਨਹੀਂ ਜੀ ਲਵ ਮੈਰਿਜ ਨਹੀਂ ਕਰਨੀ, ਅਰੇਂਜ ਹੀ ਕਰਨੀ ਹੈ? ਮੈਂ ਪੁੱਛਿਆ ਸੀ ਕਿਉਂਕਿ ਸਾਡਾ ਹੱਕ ਬਣਦਾ, ਉਹਦੀ ਵੀ ਜੀ ਲਾਈਫ ਆ, ਠੀਕ ਆ ਨਾ, ਉਹਨੇ ਆਪਣੇ ਹਿਸਾਬ ਨਾਲ ਗੁਜ਼ਾਰਨੀ ਆ, ਕਿਉਂਕਿ ਉਹਨੇ ਜਿਹੜੀ ਚੀਜ਼ ਅੱਛੀ ਲੱਗਣੀ ਉਹਨੇ ਤਾਂ ਉਹੀ ਮਤਲਬ ਲੈ ਕੇ ਆਉਣੀ ਆ ਨਾ। ਮੈਂ ਪੁੱਛਿਆ ਸੀ, ਮੈਂ ਕਿਹਾ ਭਾਈ ਹੁਣ ਤੇਰਾ ਵਿਆਹ ਕਰਨਾ, ਵਾਲ ਸਾਹਿਬ ਕਹਿੰਦੇ ਜੀ ਹੁਣ ਦਿਨ ਨੂੰ ਰੱਖਣੇ, ਕੋਈ ਰਿਸ਼ਤਾ ਅੱਛੇ ਹੈ ਵੀ ਨਜ਼ਰ ਦੇ ਵਿੱਚ ਦੇਖਾਂਗੇ। ਮੈਂ ਕਿਹਾ ਭਾਈ ਮੈਂ ਉਹਨੂੰ ਪਹਿਲੇ ਪੁੱਛ ਲਾਂਗਾ। ਉਹਨੂੰ ਮੈਂ ਪੁੱਛਿਆ ਭਾਈ, ਕਿਉਂਕਿ ਮੇਰੀ ਉਹਨਾਂ ਬੜੀ ਫਰੈਂਕਨੈਸ ਆ, ਠੀਕ ਹੋ ਗਿਆ, ਕਿਉਂਕਿ ਅਸੀਂ ਇੱਕ ਦੋਸਤ ਹਾਂ। ਅਗਰ ਭਰਾ ਹੁੰਦੇ ਤਾਂ ਅਸੀਂ ਨਾ ਇੱਦਾਂ ਫਿਰਨਾ ਸੀ, ਨਾ ਅਸੀਂ ਇੱਦਾਂ ਕਿਤੇ ਆਉਣਾ ਜਾਣਾ ਸੀ, ਕਿਉਂਕਿ ਝਚਕਚਾਹਟ ਸਾਡੇ 'ਚ ਨਹੀਂ ਹੈ। ਮੈਂ ਕਿਹਾ ਭਾਈ ਅਗਰ ਤੈਨੂੰ ਕੋਈ ਪਸੰਦ ਹੈ ਵਾ, ਕੋਈ ਲੜਕੀ ਮਾਈਂਡ 'ਚ ਹੈ ਵਾ, ਕਿਉਂਕਿ ਭਾਈ ਹੁੰਦਾ ਹੀ ਹਰ ਬੰਦੇ ਕੋਲ ਦੁਨੀਆਦਾਰੀ, ਤੁਹਾਨੂੰ ਪਤਾ 2025 ਜਾ ਰਿਹਾ ਵਾ। ਅਤੇ ਉਹਨੇ ਕਿਹਾ ਭਾਈ ਨਹੀਂ, ਜਿੱਥੇ ਤੁਸੀਂ ਕਰਨਾ ਵਾ ਮੈਨੂੰ ਉੱਥੇ ਆਮ ਹੀ ਨਾ। ਭਾਈ ਅਗਰ ਮੈਂ ਵੱਡਾ ਭਰਾ ਵਾਂ, ਅਗਰ ਮੇਰਾ ਬਾਪ ਆ ਯਾਰ, ਮਾੜਾ ਸੋਚਣਾ। ਬਿਲਕੁਲ ਜੀ, ਕਿਉਂਕਿ ਮਾਂ ਬਾਪ ਨੇ ਵੱਡਿਆਂ ਨੇ ਅੱਛਾ ਹੀ ਕਰਨਾ ਹੁੰਦਾ ਆਪਣੀ ਔਲਾਦ ਵਾਸਤੇ, ਅਤੇ ਬਾਕੀ ਇਨਸ਼ਾਅੱਲਾ ਅੱਛਾ ਹੀ ਕਰਾਂਗੇ। ਆਪਣੇ ਭਾਈ ਦੀ ਕੋਈ ਸਭ ਤੋਂ ਅੱਛੀ ਆਦਤ ਦੱਸੋ? ਅੱਛੀ ਆਦਤ ਭਾਈ ਜਾਨ ਉਹਦੀ ਇਹ ਆ ਕਿ ਮੈਂ ਸਭ ਤੋਂ ਜ਼ਿਆਦਾ ਜਿਹੜਾ ਨਾ, ਕਿਉਂਕਿ ਮੈਂ ਹਾਲਾਂਕਿ ਬੜਾ ਵਾਂ, ਲੇਕਿਨ ਕੋਈ ਕੰਮ ਹੋਵੇ ਨਾ ਮੈਂ ਮਸ਼ਵਰਾ ਉਹਨਾਂ ਕਰਨਾ ਹੁੰਦਾ, ਕਿਉਂਕਿ ਮੇਰੇ ਤੋਂ ਜਿਹੜਾ ਜ਼ਿਆਦਾ ਮਾਈਂਡ ਆ ਨਾ, ਜ਼ਿਆਦਾ ਜ਼ੇਨ ਅਗਲੀ ਸੋਚ ਉਹ ਰੱਖਦਾ ਵਾ। ਅੱਛਾ ਜੀ। ਹਾਂਜੀ, ਅਤੇ ਕੋਈ ਵੀ ਮਸ਼ਵਰਾ ਹੋਵੇ ਨਾ ਮੈਂ ਸਭ ਤੋਂ ਪਹਿਲੇ ਉਹਨਾਂ ਪੁੱਛਾਂਦਾ, ਅਗਰ ਉਹਨੇ ਕਹਿ ਦੇਣਾ ਕਿ ਨਹੀਂ ਅਤੇ ਉਹ ਮੈਂ ਨਹੀਂ ਕਰਨਾ। ਕੋਈ ਐਸੀ ਆਦਤ ਹੈ ਤੁਹਾਨੂੰ ਸਭ ਤੋਂ ਜ਼ਿਆਦਾ ਬੁਰੀ ਲੱਗਦੀ ਹੋਵੇ? ਬੁਰੀ ਆਦਤ ਜੀ ਭਰਾਵਾਂ ਵਿੱਚ ਫਿਰ ਹੋ ਹੀ ਜਾਂਦਾ ਵਾ, ਠੀਕ ਆ ਨਾ। ਬਸ ਇਹੀ ਸਮਝਾਉਣਾ ਹੁੰਦਾ ਕਿ ਕਿਤੇ ਬਾਹਰ ਵਾ ਨਾ, ਕਿਤੇ ਵੀ ਆ ਕੋਈ ਮਾਮਲਾ ਵਾ, ਉਹਨੂੰ ਕੋਈ ਭਰਾ ਵੀ ਆ, ਦੇਖੋ ਜੀ ਮੈਂ ਨਹੀਂ ਜ਼ਰੂਰੀ ਮੈਂ ਵਾਂ ਜਾਂ ਮੇਰਾ ਭਰਾ ਵਾ, ਕੋਈ ਭਰਾ ਵੀ ਆ, ਆਪਸ 'ਚ ਛੋਟੇ ਵੱਡੇ ਆ, ਬਾਹਰ ਇਸ ਤਰ੍ਹਾਂ ਰਵੋ ਕਿ ਅਗਲਾ ਬੰਦਾ ਇਹ ਦੇਖੇ ਕਿ ਯਾਰ ਇਹਨਾਂ 'ਚ ਪਿਆਰ ਮੁਹੱਬਤ ਬਹੁਤਾ, ਕਿਉਂਕਿ ਸੋਸ਼ਲ ਤੇ ਹਰ ਬੰਦੇ ਨੂੰ ਪਤਾ ਸੀ ਮਾਸ਼ਾਅੱਲਾ ਬੜੇ ਆਪਸ 'ਚ ਪਿਆਰ ਮੁਹੱਬਤ ਨਾਲ ਰਹਿੰਦੇ ਆ। ਕੋਈ ਮਾਮਲਾ ਘਰ ਬਹਿ ਕੇ ਡਿਸਕਸ ਕਰ ਲਓ, ਉਹਦਾ ਕੋਈ ਐਲੀਗੇਸ਼ਨ ਆ, ਕੋਈ ਮਾਮਲਾ ਨੂੰ ਘਰ ਬਹਿ ਕੇ ਡਿਸਕਸ ਕਰੋ, ਬਾਹਰ ਵਿੱਚ ਜਾ ਕੇ ਲੋਕਾਂ ਨੂੰ ਤਮਾਸ਼ਾ ਨਾ ਦਿਖਾਓ। ਤੁਹਾਨੂੰ ਬਾਹਰ ਦੇ ਮੁਲਕ ਘੁੰਮਣ ਦਾ ਵੀ ਸ਼ੌਕ ਹੈ, ਤੁਹਾਡੀ ਮੈਂ ਅਕਸਰ ਵੀਡੀਓਜ਼ ਦੇਖੀਆਂ, ਤੁਸੀਂ ਜਾਂਦੇ ਹੋ। ਹਾਂਜੀ, ਹੁਣ ਤੱਕ ਕਿਹੜੇ ਮੁਲਕ ਜਾ ਚੁੱਕੇ ਹੋ? ਮੈਂ ਭਾਈ ਜਾਨ ਸਭ ਤੋਂ ਪਹਿਲੇ ਦੋਨੇ ਭਾਈ ਗਏ ਸੀ ਮਾਸ਼ਾਅੱਲਾ ਜੀ, ਉਮਰਾ ਕੀਤਾ ਸੀ ਅਸੀਂ, ਠੀਕ ਆ, ਸਾਊਦੀਆ ਗਏ ਸੀ। ਉਸ ਤੋਂ ਬਾਅਦ ਅਸੀਂ ਭਾਈ ਇੰਡੋਨੇਸ਼ੀਆ ਗਏ ਆ, ਮਲੇਸ਼ੀਆ ਗਏ ਆ, ਥਾਈਲੈਂਡ ਗਏ ਆ। ਸਾਡਾ ਭਾਈ ਜਾਨ ਸਾਡੀ ਸੋਚ ਭਰਾਵਾਂ ਦੀ ਇਹ ਆ ਕਿ ਪੈਸਾ ਕਮਾਓ, ਉਹਨੂੰ ਆਪਣੀ ਜ਼ਾਤ 'ਤੇ ਵੀ ਲਾਓ। ਸਾਡਾ ਇਹ ਨਹੀਂ ਹੈ ਭਾਈ ਬੈਂਕ ਭਰ ਲਿਆ, ਅਕਾਊਂਟ ਭਰ ਲਿਆ, ਆਉਣ ਵਾਲੀਆਂ ਨਸਲਾਂ ਖਾਓਗੀਆਂ। ਬਾਈ ਕਿਉਂ ਖਾਓਗੀਆਂ? ਮਿਹਨਤ ਅਸੀਂ ਕਰਨ ਦੇ ਹਾਂ, ਕਮਾ ਤਾਂ ਅਸੀਂ ਰਹੇ ਹਾਂ ਭਾਈ ਜਾਨ, ਅਸੀਂ ਨਾ ਚੰਗਾ ਪਾਉਣਾ ਨਾ ਚੰਗਾ ਖਾਣਾ। ਔਲਾਦ ਖਾਓ ਜੀ, ਔਲਾਦ ਮਾੜੀ ਨਿਕਲੇ ਉਜਾੜ ਦੋਗੀ, ਚੰਗੀ ਨਿਕਲੇ ਪੱਲੇ ਕੁਛ ਵੀ ਨਹੀਂ ਹੋਇਆ ਇਨਸ਼ਾਅੱਲਾ ਬਣਾ ਲਓਗੀ। ਅਸੀਂ ਵਿਰਾਸਤ 'ਚ ਸਾਨੂੰ 1 ਰੁਪਇਆ ਨਹੀਂ ਮਿਲਿਆ, ਹਲਫਨ 1 ਰੁਪਇਆ ਨਹੀਂ ਮਿਲਿਆ ਵਿਰਾਸਤ ਦੇ ਵਿੱਚ, ਠੀਕ ਹੈ। ਅਸੀਂ ਮਿਹਨਤ ਕਰਕੇ ਬਣਾਇਆ ਨਾ ਬਾਈ, ਜੇ ਅਸੀਂ ਬਣਾ ਸਕਦੇ ਹਾਂ ਸਾਡੇ ਬੱਚੇ ਕਿਉਂ ਨਹੀਂ ਬਣਾ ਸਕਦੇ? ਇਹ ਜੀ ਬਹੁਤ ਅੱਛਾ ਪਬਲਿਕ ਨੂੰ ਤੁਸੀਂ ਮੈਸੇਜ, ਠੀਕ ਹੈ ਨਾ। ਮੇਰੇ ਬੜੇ ਦੋਸਤ ਐਸੇ ਨੇ, ਬੜੇ ਭਰਾ ਐਸੇ ਨੇ, ਤੁਹਾਡੀ ਲਾਈਫ ਦੇ ਵਿੱਚ ਵੀ ਹੋਣਗੇ, ਮਿਹਨਤ ਕਰਦੇ ਆ ਭਾਈ ਜਾਨ, ਕਮਾਉਂਦੇ ਨਹੀਂ ਹੈ, ਨਸੀਬਾਂ 'ਚ ਅੱਛੀ ਜੁੱਤੀ ਅੱਛਾ ਕੱਪੜਾ ਪਾਉਣਾ ਨਹੀਂ ਹੈ,
ਬੈਂਕ ਭਰੀ ਜਾ ਰਹੀ ਜੀ, ਉਹ ਚੀਜ਼ ਲੈ ਲਈ, ਉਹ ਕਰ ਲਈ। ਭਾਈ ਜਾਨ 60 ਤੋਂ 70 ਸਾਲ ਦੀ ਲਾਈਫ ਆ, ਅਗਰ ਅੱਲਾਹ ਪਾਕ ਦੇਵੇ, ਅੱਲਾਹ ਜ਼ਿਆਦਾ ਦੇਵੇ ਬਾਈ, ਪੈਸਾ ਕਮਾ ਕੇ ਆਪਣੀ ਜ਼ਾਤ ਤੇ ਲਾਓ। ਅਸੀਂ ਬਾਹਰ ਬਾਈ ਪਤਾ ਕਿਉਂ ਜਾਂਦੇ ਆ ਯਾਰ, ਅਸੀਂ ਮਿਹਨਤ ਕੀਤੀ ਹੈ ਯਾਰ, ਅਸੀਂ ਆਪਣੇ ਸ਼ੌਕ ਪੂਰੇ ਕਰਾਂਗੇ ਜਿੰਨੇ ਹੋਏ। ਹਾਂ, ਬੱਚਿਆਂ ਨੂੰ ਅੱਛੀ ਪਰਵਰਿਸ਼ ਦੇਵਾਂਗੇ, ਮਾਸ਼ਾਅੱਲਾ ਅੱਛੇ ਸਕੂਲ ਵਿੱਚ ਲਗਾਇਆ, ਅਲਹਮਦੁਲਿਲਾ ਇੰਗਲਿਸ਼ ਮੀਡੀਅਮ ਸਕੂਲ ਵਿੱਚ ਪੜ੍ਹਦੇ ਬੱਚੇ ਮੇਰੇ, ਠੀਕ ਹੋ ਗਿਆ। ਤੇ ਉਰਦੂ ਸਪੀਕਿੰਗ ਘਰ ਵਿੱਚ ਆ, ਠੀਕ ਹੋ ਗਿਆ। ਤੇ ਅੱਛੀ ਤਾਲੀਮ ਦੇਵਾਂਗੇ ਉਹਨਾਂ ਨੂੰ, ਤੇ ਇਨਸ਼ਾਅੱਲਾ ਅੱਛਾ ਕਰਨਗੇ ਉਹ, ਆਉਣ ਵਾਲੇ ਵਕਤ ਦੇ ਵਿੱਚ ਉਹ ਖੁਦ ਬਣਾ ਸਕਣਗੇ। ਇੰਨਾ ਕੁ ਉਹਨਾਂ ਨੂੰ ਦੇਵਾਂਗੇ ਕਿ ਰਿਹਾਇਸ਼ ਉਹਨਾਂ ਦੇ ਕੋਲ ਹੋਏਗੀ। ਬਾਕੀ ਅਸੀਂ ਇਹ ਕੁਛ ਨਹੀਂ ਸੋਚਿਆ ਭਰਾਵਾਂ ਨੇ, ਇਹ ਹੀ ਸੋਚਿਆ ਕਿ ਜਿਹੜਾ ਕਮਾਉਣਾ ਵਾ ਆਪਣੀ ਜ਼ਾਤ ਤੇ ਵੀ ਲਾਉਣਾ ਵਾ। ਅੱਛਾ, ਹੁਣ ਜਿੰਨੇ ਵੀ ਤੁਸੀਂ ਟੂਰ ਕੀਤੇ ਨੇ ਜੀ, ਇਹ ਸੈਲਫ ਸੀ ਜਾਂ ਸਪਾਂਸਰ ਸੀ? ਬਾਈ ਸਭ ਤੋਂ ਪਹਿਲਾ ਟੂਰ ਸਪਾਂਸਰ ਸੀ। ਮਲੇਸ਼ੀਆ 'ਚ ਸਾਨੂੰ ਸਾਡੇ 2 ਦੋਸਤਾਂ ਨੇ ਕਰਵਾਇਆ ਸੀ, ਜਿਹਦੇ ਵਿੱਚ ਇੱਕ ਮੇਰੇ ਮਾਮੂ ਦਾ ਬੇਟਾ ਸੀਗਾ, ਠੀਕ ਹੈ, ਸ਼ਾਨ ਮਕਬੂਲ, ਅਤੇ ਉਹਦੇ ਨਾਲ 2 ਦੋਸਤ ਉਹਦੇ ਸੀਗੇ। ਉਹਨਾਂ ਨੇ ਸਾਨੂੰ ਸਪਾਂਸਰ ਕੀਤਾ ਸੀ। ਉਹਨਾਂ ਨੇ ਕਿਹਾ ਸੀ ਯਾਰ ਹਰ ਚੀਜ਼ ਸਾਡੀ ਆ। ਉਹ ਯਾਰ ਤੁਸੀਂ ਕੋਈ ਮਤਲਬ ਕੋਈ ਲੱਖ ਸਵਾ ਲੱਖ ਵੀ ਨਹੀਂ ਕਰ ਸਕਦੇ ਟਿਕਟ ਦਾ। ਉਹ ਮੇਰਾ ਛੋਟਾ ਭਰਾ ਕਹਿੰਦਾ ਅੱਲਾ ਦੇ ਬੰਦੇ ਹੋਰ ਕੀ ਚਾਹੀਦਾ। ਅਸੀਂ ਕਿਹਾ ਜੀ ਓਕੇ ਕਰੋ। ਉਹ ਸਾਨੂੰ ਰਿਸਪੌਂਸ ਆਇਆ ਸੀ। ਸਾਡਾ ਉਹਦੇ ਉੱਤੇ ਕੋਈ ਖਰਚਾ ਨਹੀਂ ਆਇਆ ਸੀ। ਸਾਡਾ ਸਿਰਫ ਉਹ 'ਤੇ ਮੇਰੇ ਖਿਆਲ ਨਾਲ ਕੋਈ 2.25 ਲੱਖ ਜਾਂ 2.5 ਲੱਖ ਖਰਚਾ ਆਇਆ ਸੀ। ਬਾਕੀ ਜਿਹੜੇ ਆ ਉਹ ਸਾਰੇ ਤੁਸੀਂ ਖੁਦ ਖਰਚਾ ਕੀਤਾ ਹੁਣ ਟੂਰਾਂ ਦੇ ਉੱਪਰ? ਹਾਂਜੀ। ਨਹੀਂ, ਹੁਣ ਭਾਈ ਟੂਰ ਤੇ ਚਾਹੀਦਾ ਨਾ ਜ਼ਿਆਦਾ ਸੀ, ਚਾਹੀਦਾ ਭਾਈ ਮਲੇਸ਼ੀਆ ਇਸ ਲਈ ਚਾਹੀਦਾ। ਉੱਥੇ ਮੇਰੇ 2 ਮਾਮੂ ਦੇ ਬੇਟੇ ਆ, ਅੱਛਾ, ਠੀਕ ਹੋ ਗਿਆ। ਤੇ ਭਾਈਜਾਨ ਉੱਥੇ ਸਾਨੂੰ ਜਾ ਕੇ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਹੁੰਦੀ। ਕਹਿ ਲਓ ਕਿ ਭਾਈਜਾਨ ਸਿਰਫ ਅਸੀਂ ਇੱਥੋਂ ਟਿਕਟ ਲੈਣੀ ਆ। ਉਹ ਟਿਕਟ ਭਾਈਜਾਨ 2.25 ਲੱਖ ਦੀ ਬਣ ਜਾਵੇ, 1.30 ਦੀ ਬਣ ਜਾਵੇ। ਬਾਕੀ ਭਾਈਜਾਨ ਹੋਟਲ ਦਾ, ਖਾਣ ਪੀਣ ਦਾ ਸਾਰਾ ਖਰਚਾ ਮਾਸ਼ਾਅੱਲਾ ਮੇਰੇ ਕਜ਼ਨ ਦਾ ਹੁੰਦਾ, ਕਿਉਂਕਿ ਮਾਸ਼ਾਅੱਲਾ ਉੱਥੇ 14-15 ਸਾਲ ਤੋਂ ਆ ਉਹ, ਮਾਸ਼ਾਅੱਲਾ ਉੱਥੇ ਸੈੱਟ ਆ। ਸਿਆਸੀ ਪਾਰਟੀ ਕਿਹੜੀ ਲਾਈਕ ਕਰਦੇ ਹੋ? ਸਿਆਸੀ ਪਾਰਟੀ ਭਾਈਜਾਨ, ਸਿਆਸੀ ਪਾਰਟੀ ਸਾਰੀਆਂ ਪਾਰਟੀਆਂ ਭਾਈ ਆਪਣੀਆਂ ਹੀ ਆ, ਠੀਕ ਹੋ ਗਿਆ ਨਾ। ਮੈਂ ਲਾਈਕ ਭਾਈ ਉਸ ਬੰਦੇ ਨੂੰ ਕਰਦਾ ਵਾਂ ਜਿਹੜਾ ਬੰਦਾ ਆਪਣੇ ਹਲਕੇ ਦੇ ਵਿੱਚ ਆਪਣੀ ਆਵਾਮ ਨੂੰ ਲੈ ਕੇ ਚੱਲਦਾ ਵਾ, ਆਪਣੀ ਆਵਾਮ ਦਾ ਸੋਚਦਾ ਵਾ। ਮੈਂ ਉਸ ਬੰਦੇ ਨੂੰ ਲਾਈਕ ਕਰਦਾ। ਜਿਸ ਤਰ੍ਹਾਂ ਕਿ ਘਰ ਦੇ ਵਿੱਚ ਇੱਕ ਫਰਦ ਹੁੰਦਾ ਨਾ, ਬਾਪ, ਉਹ ਬਾਪ ਨੇ ਆਪਣੇ ਘਰ ਦੀ ਗ੍ਰਸਤੀ ਨੂੰ ਬਣਾ ਕੇ ਰੱਖਣਾ, ਠੀਕ ਹੈ ਨਾ। ਬਾਕੀ ਆਪਣੇ ਮੁਲਕ ਦੇ ਵਿੱਚ ਵਾ ਦੇਖੋ ਜੀ, ਜਿਹੜਾ ਬੰਦਾ ਆਪਣੇ ਮੁਹੱਲੇ 'ਚ ਆਪਣੀ ਆਵਾਮ ਦਾ ਅੱਛਾ ਸੋਚਦਾ, ਮੇਰੇ ਵਾਸਤੇ ਪਾਰਟੀ ਬੈਸਟ ਹੈਗੀ ਆ। ਉਹ ਕਿਹੜੀ ਪਾਰਟੀ? ਹੁਣ ਤੱਕ ਕੋਈ ਐਸੀ ਪਾਰਟੀ ਤੁਹਾਨੂੰ ਲੱਗੀ ਹੈ ਜਾਂ ਨਹੀਂ ਲੱਗੀ? ਭਾਈ ਅਸੀਂ ਕਦੀ ਸਿਆਸਤ 'ਚ ਇੰਟਰਸਟ ਨਹੀਂ, ਪਿਆਰ ਨਹੀਂ ਰੱਖਿਆ, ਇੰਟਰਸਟ ਨਹੀਂ, ਕਿਉਂਕਿ ਸਾਡਾ ਬਈ ਕੰਮ ਹੀ ਨਹੀਂ ਹੈ ਸਿਆਸਤ ਦਾ। ਸਿਆਸਤ 'ਚ ਕਦੀ ਰੱਖਿਆ ਨਹੀਂ ਹੈ ਪਿਆਰ। ਅੱਛਾ ਖੁਰਮ ਭਾਈ, ਮੈਂ ਫੇਸਬੁੱਕ ਵੀਡੀਓ ਦੇਖੀ ਹੈ ਜੀ ਕਿ ਤੁਹਾਡੇ ਦਫ਼ਤਰ ਦੇ ਸਾਹਮਣੇ ਕੁਝ ਗੋਸ਼ਤ ਪਿਆ ਹੋਇਆ ਸੀ। ਉਹ ਥੋੜਾ ਵਾਹਮ ਦੱਸੋ, ਕੀ ਸੀਨ ਸੀ? ਤੁਸੀਂ ਖੁਦ ਰੱਖਿਆ ਸੀ ਜਾਂ ਕਿਸੇ ਬੰਦੇ ਨੇ ਆਪਣਾ ਉੱਥੇ ਕੋਈ ਸ਼ਰਾਰਤ ਕੀਤੀ ਸੀ? ਭਾਈ ਹਾਸ ਦਿਨ ਦਾ ਦੌਰਾ, ਤੁਹਾਨੂੰ ਪਤਾ। ਉਹ ਪਹਿਲੇ ਜਿਸ ਦਿਨ ਹੋਇਆ ਨਾ ਮਾਮਲਾ, ਮੈਂ ਇਗਨੋਰ ਕਰ ਦਿੱਤਾ। ਮੈਂ ਕਿਹਾ ਹੋ ਸਕਦਾ ਯਾਰ ਬਿੱਲੀਆਂ ਬੁੱਲੀਆਂ ਮਤਲਬ, ਲੇਕਿਨ ਉੱਥੇ ਬਿੱਲੀਆਂ ਦਾ ਕੋਈ ਬਈ ਜ਼ਵਾਜ ਹੀ ਨਹੀਂ ਹੈ। ਮੈਂ ਕਿਹਾ ਹੋ ਸਕਦਾ ਯਾਰ ਕੋਈ ਰਾਤ ਨੂੰ ਕੋਈ ਕੁੱਤਾ ਜਾਂ ਕੋਈ ਬਿੱਲੀ ਖਾਂਦੀ ਹੋਵੇ, ਉੱਥੇ ਬਹਿ ਕੇ ਖਾ ਲਈ। ਲੇਕਿਨ ਭਾਈ ਕੁੱਤਾ ਜਾਂ ਬਿੱਲੀ ਹੋ ਗਈ, ਉਹਨੇ ਹੱਡੀ ਫੜੀ ਹੋਣੀ ਆ, ਇੱਕ ਹੋਣੀ ਆ। 5-7 ਬੋਟੀਆਂ ਦਾ ਤਾਂ ਕੋਈ ਤਲਕ ਨਹੀਂ ਬਣਦਾ। 1 ਦਿਨ ਹੋਇਆ, 2 ਦਿਨ ਹੋਇਆ, ਬਾਈ ਤੀਸਰੇ ਦਿਨ ਮੈਨੂੰ ਬੜਾ ਦੁੱਖ ਹੋਇਆ। ਮੈਂ ਫਿਰ ਉਸ ਦਿਨ ਵੀਡੀਓ ਬਣਾਈ ਸੀਗੀ ਕਿ ਯਾਰ ਆਹ ਤਾਂ ਕੋਈ ਤਰੀਕਾ ਨਹੀਂ ਹੈ। ਬਾਕੀ ਭਾਈ ਦੁਨੀਆ ਸੜਨ ਵਾਲੀ ਹੈ। ਇੱਕ ਹੁਣ ਦੇਖੋ ਨਾ, ਜਿਹੜੇ ਅਸੀਂ ਚੌਂਕ ਵਿੱਚ ਰਹਿੰਦੇ ਹਾਂ, ਜਿਹੜੇ ਇਲਾਕੇ ਵਿੱਚ ਅਸੀਂ ਹੈ ਵਾਂ, ਇਸ ਟਾਈਮ ਉਸ ਚੌਂਕ ਨੂੰ ਜਾਣਿਆ ਜਾਂਦਾ ਵਾ ਜੀ ਅੰਸਾਰੀ ਬੈਂਡ। ਜੀ ਜੀ, ਅੰਸਾਰੀ ਬੈਂਡ ਕਿੱਥੇ ਯਾਰ? ਮੈਂ ਯਾਰ ਚੌਂਕ 'ਚ ਖੜਾ ਜਿੱਥੇ ਅੰਸਾਰੀ ਬੈਂਡ ਆ। ਹੁਣ ਦੇਖੋ ਨਾ, ਉੱਥੇ ਕੋਈ ਪੁਰਾਣੀਆਂ ਸ਼ਖਸੀਅਤਾਂ ਵੀ ਰਹਿੰਦੀਆਂ ਹੋਣੀਆਂ, ਬੜੇ ਬੜੇ ਪੁਰਾਣੇ ਲੋਕ ਬੈਠੇ ਆ, ਬੜੇ ਬੜੇ ਨਾਮੀ ਗ੍ਰਾਮੀ ਲੋਕ ਬੈਠੇ ਆ। ਲੇਕਿਨ ਇਹ ਅੱਲਾਹ ਪਾਕ ਦੀ ਅਤਾ ਵਾ ਭਾਈਜਾਨ, ਹੁਣ ਉੱਥੋਂ ਨਾਂ ਵੱਜਦਾ ਜੀ ਅੰਸਾਰੀ ਬੈਂਡ ਦਾ। ਹੁਣ ਗੁਲਾਮਾਬਾਦ, ਛਤਰੀ ਚੌਂਕ ਵਿੱਚ ਬੜੇ ਬੜੇ ਆਉਂਦੇ ਮਾਸ਼ਾਅੱਲਾ। ਦੇਖੋ ਨਾ ਸੋਸ਼ਲ ਦੇ ਉੱਪਰ ਮੇਰੇ ਬੜੇ ਭਰਾ ਪਿਆਰ ਕਰਨ ਵਾਲੇ ਸਾਰੇ ਆਉਂਦੇ ਆ। ਅਲਹਮਦੁਲਿਲਾ ਫੈਸਲਾਬਾਦ ਜਦੋਂ ਵੀ ਕੋਈ ਆਉਂਦਾ ਮਾਸ਼ਾਅੱਲਾ, ਸਾਡੇ ਕੋਲ ਲਾਜ਼ਮੀ ਸਾਡੇ ਭਰਾ ਨੇ ਆਉਣਾ ਵਾ। ਅੰਸਾਰੀ ਬੈਂਡ ਦੀ ਤਰਫੋਂ ਆਪਣੇ ਚਾਹਣ ਵਾਲਿਆਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਅੰਸਾਰੀ ਬੈਂਡ ਤਰਫੋਂ ਜੀ ਆਪਣੇ ਚੈਨਲ ਨੂੰ ਇਹੀ ਪੈਗਾਮ ਦੇਵਾਂਗਾ ਭਾਈਜਾਨ ਕਿ ਸਭ ਤੋਂ ਪਹਿਲੇ ਮੈਂ ਆਪਣੀ ਲਾਈਫ ਦੇ ਵਿੱਚ ਆ ਕੇ ਇਸ ਸਟੇਜ ਦੇ ਉੱਪਰ ਆ ਕੇ ਇਹ ਚੀਜ਼ ਦੇਖੀ ਆ ਕਿ ਇੱਕ ਮਿਹਨਤ ਬਹੁਤ ਜ਼ਰੂਰੀ ਆ। ਦੂਸਰਾ ਸਭ ਤੋਂ ਬੜੀ ਗੱਲ, ਅਗਰ ਤੁਸੀਂ ਜਲਦੀ ਤਰੱਕੀ ਚਾਹੁੰਦੇ ਹੋ ਨਾ ਭਾਈਜਾਨ, ਆਪਸ ਵਿੱਚ ਭਰਾਵਾਂ ਨੂੰ ਵੱਢੋ ਨਾ, ਪਿਆਰ ਤਫਾਕ ਰੱਖੋ, ਠੀਕ ਹੋ ਗਿਆ। ਤੇ ਤੀਸਰਾ ਮੇਰੀ ਗੱਲ ਪੰਨੇ ਬਾਲਿਓ, ਤੁਹਾਨੂੰ ਮੈਂ ਬੇਸ਼ੱਕ ਬੈਂਡ ਵਾਲਾ ਹਾਂ, ਲੇਕਿਨ ਆਉਣ ਵਾਲੇ ਵਕਤ ਤੁਹਾਨੂੰ ਮੇਰੀਆਂ ਗੱਲਾਂ ਦਾ ਪਤਾ ਲੱਗੇਗਾ। 20 ਸਾਲ ਤੋਂ ਬਾਅਦ ਭਾਈ ਤੁਸੀਂ ਇਹ ਨਹੀਂ ਦੇਖਣਾ ਤੁਸੀਂ ਸੋਹਣੇ ਹੋ, ਤੁਹਾਡੀ ਹਾਈਟ ਕਿੱਦਾਂ ਦੀ ਆ। ਬਾਈ ਤੁਸੀਂ ਸੂਰਤ ਨਹੀਂ ਦੇਖਣੀ ਵੀ ਮੈਂ ਬਦਸੂਰਤ ਹਾਂ, ਮੈਂ ਕੀ ਹਾਂ। 20 ਸਾਲ ਤੋਂ ਬਾਅਦ ਭਾਈਜਾਨ ਤੁਸੀਂ ਇਹ ਦੇਖਣਾ ਵਾ ਤੁਸੀਂ ਅਮੀਰ ਹੋ ਕਿ ਗਰੀਬ ਹੋ। ਪੈਸਾ ਲਾਈਫ ਦੇ ਵਿੱਚ ਭਾਈਜਾਨ ਬੜਾ ਇੰਪੋਰਟੈਂਟ ਹੋ ਗਿਆ ਵਾ ਮੇਰੇ ਭਰਾਓ। ਮਿਹਨਤ ਕਰਨੀ ਆ ਤੇ ਪੈਸਾ ਕਮਾਉਣਾ ਵਾ, ਤੇ ਹਲਾਲ ਤਰੀਕੇ ਨਾਲ ਕਮਾਉਣਾ। ਬਾਕੀ ਇਨਸ਼ਾਅੱਲਾ ਬਾਕੀ ਦੁਨੀਆਦਾਰੀ ਆ ਯਾਰ, ਖੁਸ਼ ਰਹੋ। ਇਨਸ਼ਾਅੱਲਾ ਜਦੋਂ ਤੁਸੀਂ ਖੁਸ਼ੀਆਂ ਵੰਡੋਗੇ ਨਾ, ਅੱਲਾਹ ਪਾਕ ਤੁਹਾਡੇ ਨਸੀਬਾਂ ਵਿੱਚ ਵੀ ਖੁਸ਼ੀਆਂ ਹੀ ਲਿਖੂਗਾ। ਲੋ ਜੀ ਖਵਾਤੀਨ ਹਜ਼ਰਾਤ, ਤੁਸੀਂ ਅੱਜ ਦਾ ਸਾਡਾ ਸ਼ੋਅ ਦੇਖਿਆ।